ਕੀਰਤਨ ਦੇ ਨਾਲ ਜੋੜ ਰਹੇ ਸੀ। ਹੁਣ ਭਾਈ ਗਗਨਦੀਪ ਸਿੰਘ ਜੀ ਜਰਖੇਜ ਕਥਾਵਾਚਕ ਉਹ ਸਾਡੇ ਵਿੱਚ ਪਹੁੰਚ ਚੁੱਕੇ ਨੇ, ਜੋ ਕਿ 1 ਘੰਟੇ ਵਾਸਤੇ ਆਪ ਜੀ ਨੂੰ ਵਿਆਖਿਆ, ਗੁਰਬਾਣੀ, ਗੁਰ ਇਤਿਹਾਸ ਆਪ ਜੀ ਦੇ ਨਾਲ ਸਾਂਝ ਪਾਉਣਗੇ। और वीर जी का 3 दिन का लगातार प्रोग्राम है, 21, 22 और 23 दिसंबर 8 तो 9 इन्हों का समा है। कल ढाडी जत्था भी आ रहा है 9 तो 10। भाई बलदेव सिंह जी वीर इन्हों का ढाडी जत्था भी आएगा और वीर जी की भी 3 दिन लगातार कथा होगी। उस तो बाद जो अगले प्रोग्राम ने वो भी इश्तिहार छप चुके ने, बाहर गेट से भी बैनर लग चुका हुआ है। आप संगतां सारी डिटेल जो भी जिहड़े प्रचारक पहुंच रहे ने वो आप पढ़ सकते हो, इश्तिहार प्राप्त कर सकते हो। आओ हुण साडे सत्कारयोग भाई गगनदीप सिंह जी जरखेज आप जी नूं गुरबाणी दे नाल जोड़नगे जी। वाहिगुरू जी का खालसा, वाहिगुरू जी की फतेह। सतनाम श्री वाहिगुरु साहिब जी। तू मेरो मेर पर्वत स्वामी, ओट गही मैं तेरी। ना तुम डोलो ना हम गिरते, रख लीनी हर मेरी। प्रेम पटोला तैसें दिता, ढक्कन तू पत मेरी। दाना बिना साई मैंडा, नानक सार न जाना तेरी। जो तो प्रेम खेलन का चाओ, सिर धर तली गली मेरी आओ। इत मार्ग पैर तरी जै, सिर दीजै कान ना कीजै बेशुमार। असाय गणत अतोलै, ज्यों गुलाब हो त्यों नानक दास बोलै। सतगुरु गरीब निवाज, समर्थ गुरु सिर हथ धरियो। बाणी गुरु प्रतख गुरु, समर्थ गुरु अकथ गुरु। धन धन सतगुरु श्री गुरु ग्रंथ साहिब जीआं दी पावन हजूरी दा रंग रस माण रहे गुरु प्यारिओ। एकत्रित होए हाँ शहीदी जोड़ मेले मनाउण लई। पंदरवाड़े की शुरुआत अज के दीवाना तो शुरू करन लई आओ विचारां आप जी दे सन्मुख पेश करां। सब तो पहले गुरुदेव की फतेह गजाइए जी। आखो जी वाहिगुरू जी का खालसा, वाहिगुरू जी की फतेह। शहीदी जोड़ मेले मना रहे हैं। इस तो पहला असी कई गुरुआं दे, कई गुरसिखां दे जन्म दिहाड़े, प्रकाश दिहाड़े भी मनाए होंगे। अज तक की उम्र विच असी बहुत नगर कीर्तन भी अटेंड किए होंगे, गुरुद्वारे भी रोज आ रहे होंगे
ਪਾਠ ਵੀ ਕਰਦੇ ਹੋਵਾਂਗੇ, ਨਿਤਨੇਮ ਵੀ ਕਰਦੇ ਹੋਵਾਂਗੇ, ਪਰ ਜੇ ਕੋਈ ਮੈਨੂੰ ਆ ਕੇ ਪੁੱਛ ਲਵੇ ਕਿ ਇਹ ਚੀਜ਼ਾਂ ਤੂੰ ਕਿਉਂ ਕਰ ਰਿਹਾ ਹੈ, ਇਹਨਾਂ ਚੀਜ਼ਾਂ ਦਾ ਲਾਭ ਕੀ ਹੈ, ਤੇ ਜੇ ਮੇਰੇ ਕੋਲ ਜਵਾਬ ਹੀ ਕੋਈ ਨਹੀਂ ਤੇ ਪੁਰਬ ਵੀ ਮੈਂ ਨਹੀਂ ਮਨਾਇਆ। ਸੌਖੀ ਤਰ੍ਹਾਂ ਸਮਝ ਲਈ। ਕੋਈ ਮੈਨੂੰ ਹੁਣੇ ਹੀ ਪੁੱਛ ਲਵੇ ਅੱਜ ਦੀਵਾਨ ਸਮਾਪਤੀ ਤੋਂ ਬਾਅਦ, ਅੱਜ ਦਾ ਦੀਵਾਨ ਤੁਸੀਂ ਕਿਉਂ ਹਾਜ਼ਰੀ ਭਰੀ ਹੈ, ਅੱਜ ਗੁਰਦੁਆਰੇ ਕਿਉਂ ਆਏ ਹੋ, ਬੱਚਿਆਂ ਨੂੰ ਹੀ ਪੁੱਛ ਲਵੇ, ਸਾਨੂੰ ਹੀ ਪੁੱਛ ਲਵੇ, ਮੈਨੂੰ ਲੱਗਦਾ ਬਹੁਤਿਆਂ ਦੇ ਮਨ ਵਿੱਚ ਇਹ ਜਵਾਬ ਹੋਏਗਾ, ਦਵੇ ਨਾ ਦੇਵੇ ਵੱਖਰੀ ਗੱਲ ਹੈ, ਕਿ ਲੰਗਰ ਛਕਣਾ ਹੈ, ਗੁਰਪੁਰਬ ਹੈ ਤੇ ਲੰਗਰ ਛਕਣ ਆਏ। ਜੇ ਤੇ ਜਵਾਬ ਇਹੀ ਹੈ ਕਿ ਲੰਗਰ ਹੀ ਛਕਣ ਆਏ ਹਾਂ, ਤੇ ਇਹ ਤੇ ਅਸੀਂ ਘਰ ਵੀ ਛਕ ਸਕਦੇ ਸੀ। ਸਿੱਖ ਧਰਮ ਵਿੱਚ ਪੈਦਾ ਹੋਣ ਦਾ, ਇਨਸਾਨੀ ਜੀਵਨ ਵਿੱਚ ਆ ਜਾਣ ਦਾ ਇੱਕ ਬਹੁਤ ਵੱਡਾ ਲਾਭ ਹੈ ਕਿ ਭਾਈ ਪ੍ਰਾਪਤ ਮਾਨੁਖ ਦੇਵਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਬਸ ਇਸ ਮਕਸਦ ਨੂੰ ਪੂਰਾ ਕਰਨ ਆਏ ਹਾਂ, ਗੋਬਿੰਦ ਮਿਲ ਜਾਏ। ਅਕਸਰ ਮੈਂ ਹਰ ਦੀਵਾਨ ਦੀ ਸ਼ੁਰੂਆਤ ਇਸੇ ਗੱਲ ਤੋਂ ਕਰਦਾ ਹੁੰਦਾ, ਉਹ ਕੀ ਲੰਗਰ ਹਾਲ ਤੋਂ ਮੈਂ ਲੰਗਰ ਛਕ ਕੇ ਬਾਹਰ ਨਿਕਲਾਂਗਾ ਤੇ ਕੋਈ ਮੈਨੂੰ ਆ ਕੇ ਇਹ ਨਹੀਂ ਪੁੱਛੇਗਾ ਕਿ ਤੇਰਾ ਪੇਟ ਭਰ ਗਿਆ ਕਿ ਨਹੀਂ। ਪੁੱਛੇਗਾ? ਬਿਲਕੁਲ ਵੀ। ਕਿਉਂ? ਉਸਨੂੰ ਯਕੀਨ ਹੈ ਲੰਗਰ ਹਾਲ ਤੋਂ ਨਿਕਲਿਆ ਹੈ, ਲੰਗਰ ਵੀ ਖਾਇਆ ਹੈ ਤੇ ਪੇਟ ਤੇ ਭਾਰੀ ਗਿਆ ਹੋਣਾ, ਯਾਨੀ ਇਸ ਦਾ ਤਨ ਤ੍ਰਿਪਤ ਹੋ ਚੁੱਕਿਆ ਹੈ, ਯਕੀਨ ਹੈ, ਤਾਂ ਹੀ ਨਹੀਂ ਪੁੱਛ ਰਹੇ। ਪਰ ਹੁਣ ਕੋਈ ਮੈਨੂੰ ਪੁੱਛ ਲਵੇ ਸ਼ਹੀਦੀ ਜੋੜ ਮੇਲੇ ਤੁਸੀਂ ਹਾਜ਼ਰੀ ਭਰ ਆਏ ਹੋ, ਲੰਗਰ ਹਾਲ ਤੋਂ ਆਏ ਤੇ ਤਨ ਤ੍ਰਿਪਤ ਹੋ ਗਿਆ ਹੈ, ਜੋੜ ਮੇਲੇ ਮਨਾ ਆਏ ਹੋ, ਕੀ ਆਤਮਾ ਤ੍ਰਿਪਤ ਹੋ ਗਈ ਹੈ, ਕਿ ਗੋਬਿੰਦ ਨੂੰ ਮਿਲ ਲਿਆ? ਤੇ ਜੇ ਮੈਂ ਕਹਿ ਦਿੱਤਾ ਨਾ ਕਿ ਨਹੀਂ, ਤੇ ਗੁਰਦੁਆਰੇ ਆਣਾ ਸਾਨੂੰ ਘੱਟ ਤੋਂ ਘੱਟ ਹੁਣ ਤੱਕ ਤੇ ਆਇਆ ਹੀ ਕੋਈ ਨਹੀਂ। ਗੁਰਦੁਆਰੇ ਦੀ ਦਹਲੀਜ਼ ਤੋਂ ਬਾਹਰ ਜਾ ਕੇ ਅਗਰ ਮੈਂ ਹੁਣੇ ਵੀ ਆਪਣੇ ਮਨ ਦੀ ਹੀ ਕਰ ਰਿਹਾ ਹਾਂ, ਆਪਣੇ ਮਨ ਦੀ ਹੀ ਸੁਣ ਰਿਹਾ ਹਾਂ, ਤੇ ਮੈਨੂੰ ਗੁਰਦੁਆਰੇ ਜਾਣਾ ਆਇਆ ਹੀ ਕੋਈ ਨਹੀਂ। ਗੁਰਦੁਆਰੇ ਆ ਕੇ ਕਰਨਾ ਕੀ ਸੀ? ਗੁਰ ਕੀ ਮੱਤ ਤੂੰ ਲੈ ਧਿਆਣੇ, ਇਹ ਮੂਰਖ, ਇਹ ਅਣਜਾਣ, ਗੁਰਦੁਆਰੇ ਆ ਤੇ ਕਰ ਕੀ? ਗੁਰੂ ਦੀ ਮੱਤ ਲੈ, ਤੇ ਆਪਣੀ ਮੱਤ ਇੱਥੇ ਛੋੜ ਜਾ। ਸੌਦਾਗਰੀ ਹੈ, ਵਪਾਰ ਹੈ, ਲੈਣਾ ਦੇਣਾ, ਦੇਣਾ ਲੈਣਾ, ਵਪਾਰ। ਕੁਝ ਲੈਣਾ ਹੈ ਗੁਰੂ ਤੋਂ ਤੇ ਕੁਝ ਦੇਣਾ ਹੈ ਗੁਰੂ। ਅਸੀਂ ਅਰਦਾਸ ਕਰਦੇ ਮੰਗਦੇ ਲੈਂਦੇ ਹਾਂ, ਗੁਰੂ ਸਾਹਿਬ ਧਨ ਦੌਲਤ ਦੇਈ, ਗੱਡੀਆਂ ਕੋਠੀਆਂ ਦੇਈ, ਕਾਰਾਂ ਦੇਈ, ਬੱਚਿਆਂ ਨੂੰ ਪਾਸ ਕਰਾ ਦੇਈ, ਘਰ ਸੁਖ ਸ਼ਾਂਤੀ ਦੇਈ। ਜਦੋਂ ਗੁਰੂ ਕਹਿੰਦਾ ਹੈ ਕਿ ਤੂੰ ਵੀ ਆਪਣੀ ਮੱਤ ਮੈਨੂੰ ਦੇਣਾ, ਨਾ ਗੁਰੂ ਉਹ ਨਹੀਂ ਹੋ ਸਕਦਾ, ਆਪਣੀ ਮੱਤ ਮੈਂ ਆਪਣੇ ਕੋਲ ਰੱਖਣੀ ਹੈ, ਤੂੰ ਭਾਵੇਂ ਦੇਈ ਜਾ। ਮੇਲਾ ਲੱਗਿਆ ਸੀ, ਕੁਝ ਤੀਵੀਆਂ ਆਪਣੀ ਸਹੇਲੀਆਂ ਨਾਲ ਮੇਲੇ ਅੰਦਰ ਗਈਆਂ। ਇੱਕ ਦੀ ਚੁੰਨੀ ਬੜੀ ਪੁਰਾਣੀ ਹੋ ਚੁੱਕੀ ਸੀ, ਲਲਾਰੀ ਕੋਲ ਗਈਆਂ, ਸਹੇਲੀਆਂ ਕਹਿੰਦੀਆਂ ਤੂੰ ਚੁੰਨੀ ਰੰਗਾ ਲੈ, ਮੇਲੇ ਚ ਆਈ ਹੈ, ਕੁਝ ਫਾਇਦਾ ਚੁੱਕ ਲੈ। ਨਲਾਰੀ ਕੋਲ ਗਈਆਂ ਤੇ ਉਸਨੂੰ ਕਹਿੰਦੀਆਂ ਭਾਈ ਚੁੰਨੀ ਨੂੰ ਸੂਹਾ ਰੰਗ ਰੰਗ ਦੇ। ਉਹ ਕਹਿੰਦਾ ਰੰਗ ਦਾਂਗੇ, ਪੱਕਾ ਰੰਗ ਦੇ, ਰੰਗ ਦਾਂਗੇ, ਤੂੰ ਚੁੰਨੀ ਮੈਨੂੰ ਦੇ। ਕਹਿੰਦੀ ਚੁੰਨੀ ਤੇ ਮੈਂ ਨਹੀਂ ਦੇ ਸਕਦੀ, ਦੂਸਰੀ ਚੁੰਨੀ ਮੇਰੇ ਕੋਲ ਹੈ ਕੋਈ ਨਹੀਂ, ਸ਼ਰਮ ਦੀ ਮਾਰੀ ਇੱਕੋ ਚੁੰਨੀ ਸਿਰ ਤੇ ਕੱਚੀ ਹੈ, ਚੁੰਨੀ ਰੰਗ ਵੀ ਦੇ ਤੇ ਮੇਰੇ ਸਿਰ ਤੇ ਵੀ ਰਹਿ ਜਾਏ, ਹੋ ਸਕਦਾ ਹੈ? ਚੁੰਨੀ ਵੀ ਰੰਗ ਦੇ ਤੇ ਮੇਰੇ ਸਿਰ ਤੇ ਵੀ ਰਹਿ ਜਾਵੇ। ਇੱਕ ਤਾਂ ਕੰਮ ਕਰਨਾ ਪਏਗਾ, ਜੇ ਰੰਗਾਣੀ ਹੈ ਤੇ ਚੁੰਨੀ ਤੇ ਦੇਣੀ ਪਏਗੀ। ਜੇ ਆਪਣੀ ਮੱਤ ਨੂੰ ਗੁਰਮਤਿ ਦੇ ਅਨੁਸਾਰ ਰੰਗਣਾ ਹੈ, ਰੰਗਵਾਉਣਾ ਹੈ, ਕਾਇਆ ਰੰਗਣ ਜੇ ਥੀਏ ਪਿਆਰੇ ਭਾਈਏ ਨਾਮ ਮਜੀਠ, ਰੰਗਣ ਵਾਲਾ ਜੇ ਰੰਗੇ ਸਾਹਿਬ ਐਸਾ ਰੰਗ ਨਾ ਢੀਠ। ਪਰ ਕਰਨਾ ਕੀ ਪਏਗਾ? ਮਤ ਦੇਣੀ ਪਏਗੀ, ਇਹੀ ਸਭ ਤੋਂ ਔਖਾ ਕੰਮ ਹੈ। ਅੱਜ ਸੱਤ ਪੋਹ ਦਾ ਦਿਨ ਹੈ। ਅੱਜ ਦੇ ਦਿਨ ਗੁਰੂ ਸਾਹਿਬ ਦਾ ਪਰਿਵਾਰ ਸਰਸਾ ਤੇ ਖੇਰੂ ਹੋ ਚੁੱਕਿਆ। ਅੱਜ ਦੇ ਦਿਨ ਇਸ ਨੂੰ ਇਸ ਤਰ੍ਹਾਂ ਸਮਝੀਏ
6 ਪੋਹ ਦੀ ਰਾਤ ਨੂੰ 8:30-9 ਵਜੇ ਰਾਤ ਦੇ ਆਖੀਰਲੇ ਪਹਿਰ ਤੇ ਗੁਰੂ ਸਾਹਿਬ ਅਨੰਦਪੁਰ ਦਾ ਕਿਲਾ ਛੱਡਦੇ ਹਨ। 7 ਪੋਹ ਦੀ ਸਵੇਰ ਨੂੰ ਗੁਰੂ ਸਾਹਿਬ ਸਰਸਾ ਤੇ ਜੰਗ ਲੱਗ ਰਿਹਾ ਤੇ ਇੱਥੇ ਪਰਿਵਾਰ ਖੇਰੂ ਹੋਇਆ। ਇਧਰੋਂ ਗੱਲ ਸ਼ੁਰੂ ਕਰਨ ਤੋਂ ਬਿਹਤਰ ਮੈਨੂੰ ਲੱਗਦਾ ਅਖੀਰਲੇ ਦਿਨ ਤੇ ਮੈਂ ਚਲੇ ਜਾ ਮਾਛੀਵਾੜੇ ਚ ਗੁਰੂ ਸਾਹਿਬ ਨੇ ਗੱਲ ਨੂੰ ਪਕੜ ਵਿੱਚ ਲੈਣ। ਮਾਛੀਵਾੜੇ ਵਿੱਚ 9, 10, 11 ਤੇ 12 ਪੋਹ ਗੁਰੂ ਸਾਹਿਬ ਟਿਕੇ 4 ਦਿਨ। ਭਾਈ ਦਇਆ ਸਿੰਘ, ਧਰਮ ਸਿੰਘ ਤੇ ਮਾਨ ਸਿੰਘ ਤਿੰਨੋਂ ਸਿੰਘਾਂ ਨੇ ਜਦੋਂ ਗੁਰੂ ਸਾਹਿਬ ਨੂੰ ਲੱਭ ਲਿਆ ਨਾ ਤੇ ਗੁਰੂ ਸਾਹਿਬ ਦੀ ਹਾਲਤ ਬੜੀ ਜਰਜਰੀ ਸੀ। ਪੈਰਾਂ ਵਿੱਚ ਜੁੱਤੀ ਕੋਈ ਨਹੀਂ ਸੀ, ਕੱਪੜੇ ਵੀ ਪਾਟੇ ਸੀ, ਪੱਗ ਵੀ ਲੀਰੋ ਲੀਰ ਹੋਈ ਪਈ ਸੀ। ਇੱਧਰ ਤੱਕ ਇਤਿਹਾਸਕਾਰ ਲਿਖਦੇ ਨੇ ਕਿ ਅੱਡੀਆਂ ਕਾਲੀਆਂ ਹੋ ਚੁੱਕੀਆਂ ਸਨ ਤੁਰ ਤੁਰ ਕੇ। ਉਧਰ ਔਰੰਗਜ਼ੇਬ ਦੇ 2 ਸਿਪਾਹ ਸਲਾਰ ਗੁਰੂ ਸਾਹਿਬ ਨੂੰ ਮਿਲਣ ਆਉਂਦੇ। ਪਤਾ ਚੱਲ ਜਾਂਦਾ ਹੈ ਗੁਰੂ ਗੋਬਿੰਦ ਸਿੰਘ ਇੱਥੇ ਨੇ। ਆਂਦੇ ਤੇ ਬੇਨਤੀ ਕਰਦੇ ਨੇ, ਗੁਰੂ ਸਾਹਿਬ ਸਾਨੂੰ ਹੁਕਮ ਹੈ ਜਿੱਥੇ ਤੁਸੀਂ ਮਿਲੋ ਉੱਥੇ ਖਤਮ ਕਰ ਦੇਈਏ। ਜੰਗ ਲਈ ਤਿਆਰ ਹੋ। ਇੱਕਦਮ ਮਿਆਨ ਤੇ ਗੁਰੂ ਸਾਹਿਬ ਹੱਥ ਪਾ ਲੈਂਦੇ, ਕਹਿੰਦੇ ਤਿਆਰ। ਗੁਰੂ ਸਾਹਿਬ ਤੁਹਾਡੇ ਕੋਲ ਤੇ ਕੁਝ ਵੀ ਨਹੀਂ, ਲੜੋਗੇ ਕਿਵੇਂ? ਨਾ ਸਾਜ਼ੋ, ਨਾ ਬਾਜ਼ੋ, ਨਾ ਫੌਜ਼ੋ, ਨਾ ਫਰਸ਼, ਕੁਝ ਵੀ ਨਹੀਂ ਤੁਹਾਡੇ ਕੋਲ ਜ਼ਫਰਨਾਮੇ ਦੇ ਬੋਲ। ਗੁਰੂ ਸਾਹਿਬ ਇੱਕ ਕੰਮ ਅਸੀਂ ਕਰ ਸਕਦੇ ਹਾਂ, ਤੁਹਾਡੀ ਸੁਲ੍ਹਾ ਕਰਾ ਦਿੰਦੇ ਹਾਂ ਔਰੰਗਜ਼ੇਬ ਨਾਲ। ਗੁਰੂ ਸਾਹਿਬ ਕਹਿੰਦੇ ਅਸੀਂ ਤੇ ਸ਼ੁਰੂ ਤੋਂ ਹੀ ਸੁਲ੍ਹਾ ਪਸੰਦ ਸੀਗੇ, ਕਰਾ ਦਿਓ ਸੁਲ੍ਹਾ। ਗੁਰੂ ਸਾਹਿਬ ਫਿਰ ਇੱਕ ਸ਼ਰਤ ਵੀ, ਉਹ ਕੀ? ਤੁਸੀਂ ਮੰਨ ਜਾਓ ਕਿ ਤੁਸੀਂ ਹਾਰ ਗਏ, ਹੁਣੇ ਸੁਲ੍ਹਾ ਹੋ ਜਾਏ। ਮੁਸਕਰਾਉਂਦੇ ਗੁਰੂ ਸਾਹਿਬ ਕਹਿੰਦੇ ਇਹ ਨਹੀਂ ਹੋ ਸਕਦਾ, ਮੈਂ ਨਹੀਂ ਮੰਨ ਸਕਦਾ ਕਿ ਮੈਂ ਹਾਰ ਗਿਆ। ਗੁਰੂ ਸਾਹਿਬ ਹਾਰ ਦੀਆਂ ਨਿਸ਼ਾਨੀਆਂ ਸਾਰੀਆਂ ਮੌਜੂਦ ਨੇ। ਤੁਹਾਡੇ ਕੋਲ ਘੋੜਾ ਨਹੀਂ, ਤੁਹਾਡੇ ਕੋਲ ਤੀਰ ਨੇਜਾ ਬਰਛੀ ਨਹੀਂ, ਤੋਪ ਤੇ ਗੋਲੀਆਂ ਨਹੀਂ, ਤੁਹਾਡੇ ਕੋਲ ਤੁਹਾਡੇ ਲੜਕੇ ਨਹੀਂ, ਸਿੱਖ ਫੌਜ ਨਹੀਂ, ਘਰ-ਬਾਰ ਨਹੀਂ, ਪਰਿਵਾਰ ਨਹੀਂ, ਧਨ ਦੌਲਤ ਨਹੀਂ। ਹਾਰ ਦੀਆਂ ਸਾਰੀਆਂ ਨਿਸ਼ਾਨੀਆਂ ਮੌਜੂਦ ਨੇ, ਕਿਉਂ ਨਹੀਂ ਮੰਨਦੇ ਤੁਸੀਂ ਹਾਰ ਗਏ? ਗੁਰੂ ਸਾਹਿਬ ਦਾ ਬਾ ਕਮਾਲ ਜਵਾਬ, ਕਹਿੰਦੇ ਤੁਹਾਨੂੰ ਦਿਖ ਰਿਹਾ ਹੈ ਕਿ ਮੇਰੇ ਕੋਲ ਕੁਝ ਨਹੀਂ, ਨਾ ਸਾਜ਼ੋ, ਨਾ ਬਾਜ਼ੋ, ਨਾ ਫੌਜ਼ੋ, ਨਾ ਫਰਸ਼, ਪਰ ਮੇਰੇ ਕੋਲ ਕੁਝ ਹੈ। ਉਹ ਕੀ? ਖੁਦਾਵੰਦ ਬਖਸ਼ੰਦਈ ਐਸ਼ੇ ਅਰਸ਼। ਮੇਰੇ ਕੋਲ ਹੁਣੇ ਵੀ ਮੇਰੇ ਹਿਰਦੇ ਵਿੱਚ ਖੁਦਾ ਬੈਠਿਆ ਹੈ। ਮੇਰਾ ਹਾਰ ਮੰਨ ਲੈਣਾ ਖੁਦਾ ਦੀ ਹਾਰ ਹੋਵੇ, ਨਹੀਂ ਮੰਨਦਾ ਮੈਂ ਹਾਰ। ਹੱਥ ਜੋੜ ਲੈਂਦੇ ਨੇ ਗੁਰੂ ਸਾਹਿਬ। ਪੂਰਾ ਪਰਿਵਾਰ ਖੇਰੂ ਕਰਵਾ ਦਿੱਤਾ। ਕਾਰਨ ਕੀ ਹੈ? ਔਰੰਗਜ਼ੇਬ ਤੇ ਸੁਧਰਿਆ ਕੋਈ ਨਹੀਂ। ਤੁਸੀਂ ਸੱਚ ਦਾ ਬੀੜਾ ਚੁੱਕਿਆ ਸੀ ਕਿ ਸੁਧਾਰ ਦੇਾਂਗੇ ਸਾਰਿਆਂ ਨੂੰ, ਔਰੰਗਜ਼ੇਬ ਤੇ ਸੁਧਰਿਆ ਕੋਈ ਨਹੀਂ। ਪਰਿਵਾਰ ਸਾਰਾ ਮਾਰਿਆ ਗਿਆ, ਸਾਰੇ ਸ਼ਹੀਦ ਹੋ ਗਏ, ਗੁਰਸਿੱਖ ਸਾਰੇ ਸ਼ਹੀਦ। ਤੇ ਮੈਨੂੰ ਇੱਕ ਲਿਖਾਰੀ ਦਾ ਇੱਕ ਸ਼ੇਰ ਬਹੁਤ ਬਾਕਮਾਲ ਲੱਗਦਾ ਹੈ ਕਿ ਮਾਨਾ ਕਿ ਇਸ ਜ਼ਮੀਨ को ना गुलजार कर सके। ਉਹ ਸ਼ਾਇਰ ਲਿਖਦਾ ਹੈ ਕਿ ਮੈਂ ਮੰਨਿਆ, ਕਬੂਲ ਕਰਦਾ ਕਿ ਮੈਂ ਸਾਰੀ ਜ਼ਮੀਨ ਨੂੰ ਗੁਲਿਸਤਾਨ ਨਹੀਂ ਬਣਾ ਸਕਿਆ। माना कि इस जमीन को ना गुलजार कर सके, कुछ खार कम ही कर गए गुजरे जिधर से। कहता घट तो घट मैं एक कम कीता, जेड़े रस्ते चो निकलिया उधर कंडे जड़े विछे सी, रोड़े कंकर जड़े सी वो चुकदा गया ताकि किसी ਨੂੰ ਦੁੱਖ ਨਾ ਮਿਲੇ। ਗੁਰੂ ਸਾਹਿਬ ਕਹਿੰਦੇ ਮੈਂ ਵੀ ਇਹੀ ਕੀਤਾ ਬਸ। ਅਸੀਂ ਸਮਝਦੇ ਹਾਂ ਤਲਵਾਰ ਗੁਰੂ ਸਾਹਿਬ ਨੇ ਚੁੱਕ ਲਈ ਔਰੰਗਜ਼ੇਬ ਦੇ ਖਿਲਾਫ, ਪਰ ਤਲਵਾਰ ਤੇ ਗੁਰੂ ਨਾਨਕ ਸਾਹਿਬ ਚੁੱਕ ਚੁੱਕੇ ਸਨ ਪਹਿਲੇ। ਬਾਬਰ ਨੂੰ ਉਸਦੇ ਮੂੰਹ ਤੇ ਕਹਿ ਦੇਣਾ ਬਾਬਰ ਨਹੀਂ ਜਾਬਰ ਹੈ, ਤਲਵਾਰ ਚੁੱਕਣਾ ਸੀ। ਸ਼ਹਾਦਤ ਦੀ ਜਿਹੜੀ ਡੈਫੀਨੇਸ਼ਨ ਗੁਰੂ ਨਾਨਕ ਸਾਹਿਬ ਨੇ ਦਿੱਤੀ ਹੈ, ਉਸੇ ਡੈਫੀਨੇਸ਼ਨ ਨੂੰ ਗੁਰੂ ਗੋਬਿੰਦ ਸਿੰਘ ਪੂਰਾ ਕਰ ਰਹੇ ਨੇ। ਗੁਰੂ ਨਾਨਕ ਸਾਹਿਬ ਦੇ ਅਸੀਂ ਬੋਲ ਪੜੀਏ ਗੁਰੂ ਗ੍ਰੰਥ ਸਾਹਿਬ ਚ, ਕਹਿੰਦੇ ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਇਹ ਗੁਰੂ ਨਾਨਕ ਸਾਹਿਬ ਦੇ ਬੋਲ ਨੇ। ਬਾਬਰ ਨਾਲ ਮੱਥਾ ਲਾਇਆ ਗੁਰੂ ਨਾਨਕ ਸਾਹਿਬ ਨੇ। ਗੁਰੂ ਅੰਗਦ ਦੇਵ ਜੀ ਬੈਠੇ ਸ਼ਾਂਤੀ ਵਿੱਚ, ਹੁਮਾਯੂੰ ਆ ਕੇ ਤਲਵਾਰ ਤੇ ਹੱਥ ਪਾ ਲੈਂਦਾ। ਗੁਰੂ ਅਮਰਦਾਸ ਜੀ ਤੇ ਕੇਸ ਹੋ ਜਾਂਦਾ, ਲਾਹੌਰ ਗੁਰੂ ਰਾਮਦਾਸ ਕੇਸ ਲੜਨ ਜਾਂਦੇ। ਗੁਰੂ ਅਰਜਨ ਦੇਵ ਜੀ ਨੂੰ ਤੇ ਤਵੇ ਤੇ ਹੀ ਬਿਠਾ ਦਿੱਤਾ। ਗੁਰੂ ਹਰਗੋਬਿੰਦ ਸਾਹਿਬ 4 ਜੰਗਾਂ ਲੜਦੇ ਹਨ। ਦਾਰਾ ਸ਼ਿਕੋਹ ਨੂੰ ਮਦਦ ਕਰਨ ਵਿੱਚ ਗੁਰੂ ਹਰਿਰਾਏ ਸਾਹਿਬ ਨੂੰ ਪਕੜ ਲੈਂਦੇ। ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਦਿੱਲੀ ਬੁਲਾ ਲਿਆ ਜਾਂਦਾ ਹੈ।
ਗੁਰੂ ਤੇਗ ਬਹਾਦਰ ਸਾਹਿਬ ਨੂੰ ਚਾਂਦਨੀ ਚੌਕ ਵਿੱਚ ਸ਼ਹੀਦ ਕਰ ਦਿੱਤਾ ਜਾਂਦਾ ਹੈ। ਕਲਗੀਧਰ ਕਹਿੰਦੇ ਤਲਵਾਰ ਮੈਂ ਨਹੀਂ, ਤਲਵਾਰ ਗੁਰੂ ਨਾਨਕ ਸਾਹਿਬ ਚੁੱਕ ਚੁੱਕੇ ਸਨ ਪਹਿਲੇ। ਇਹ ਅੱਜ ਦੀ ਲੜਾਈ ਨਹੀਂ, ਇਹ 1469 ਤੋਂ ਲੜਾਈ ਸ਼ੁਰੂ ਹੋ ਚੁੱਕੀ ਸੀ। खुरासान खसमाना किया, हिंदुस्तान डराया। आ गया खुरासान तो फौज लेके, सारे हिंदुस्तान में वक्त पाया। कलगीधर दोनों सिपा सलार को समझाते हैं कि मैं हार नहीं मान सकता। गुरु साहब हार दियां निशानियां मौजूद ने, कहते हार दियां निशानियां मौजूद ने। हार जाना होर गल हुंदी है, हार मन लैनी होर गल हुंदी है। मैं हार नहीं मान सकता, नहीं मानता मैं हार। गुरु साहब इस तरह जापदा है कि झूठ जित रहा है, सच की हार हो रही है। मुस्कुराते गुरु साहब कहते हैं एक गल की संतुष्टि अज मैनू हो गई कि कहते औरंगजेब के सिपा सलार भी कह रहे हैं कि लगता है झूठ जित रहा है, यानी तुसी भी वाकिफ हो झूठ की है ते सच की है। कहते तसल्ली मैनू हो गई। औरंगजेब के मुंह ते क्यों नहीं कहते गुरु साहब सानू डर लगता है, साडी जान खतरे च है, साडा माल खतरे च है, साडा परिवार खतरे च है, डर लगता है। गुरु साहब कहते बस इसे डर नूं मिटाण लई मैं खालसा बना दिता, इसे भरम नूं मिटाण लई मैं खालसा बना दिता है। भरम भेख ते रहै न्यारा, सो खालस सतगुरु हमारा। भाई गुरदास होरां दी वार पढ़दे होए सानू शहीद दी डेफिनेशन मिलदी है। वो कहंदे मुर्दा होए मुरीद ना गल्ली होवना, साबर सिदक शहीद भरम भौक होवना। कहंदे एक शहीद विच दो गुण हुंदे हैं और दो औगुण नहीं हुंदे। केड़े केड़े दो गुण हैं? साबर सिदक शहीद, एक उसमें सबर संतोख है, दूसरा उसमें सिक्खी सिदक है, जिसमें ਅਸੀਂ रोज अरदास विच पढ़ रहे हैं। जिन्हां ਸਿੰਘਾਂ ਸਿੰਘਣੀਆਂ ने धर्म हेत सीस दिते, बंद बंद कटाए, खोपरियां लुहाइयां, चरखड़ियां से चढ़े, आरियां नाल चिराए गए, पर कीता की गुरुद्वारियां दी सेवा लई कुर्बानियां कीतियां, धर्म नहीं हारिया। सिक्खी किवें निभा लई? सिक्खी केसां ਸਵਾਸਾਂ ਸੰਗ ਨਿਭਾਹੀ। ਫਿਰ ਅਸੀਂ ਕਰਦੇ ਕੀਆਂ ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ, ਬੋਲੋ ਜੀ ਵਾਹਿਗੁਰੂ। ਗੁਰੂ ਸਾਹਿਬ ਕਹਿੰਦੇ ਨੇ ਐਸਾ ਖਾਲਸਾ ਤਿਆਰ ਕਰਨਾ ਹੈ ਜਿਹੜਾ ਅੱਜ ਨਹੀਂ, ਅੱਜ ਮੈਂ ਔਰੰਗਜ਼ੇਬ ਨੂੰ ਮਾਰ ਦਵਾਂਗਾ, ਕੱਲ ਵੀ ਔਰੰਗਜ਼ੇਬ ਪੈਦਾ ਹੋਏਗਾ। ਸ਼ਕਲ ਸੂਰਤ ਕੁਝ ਹੋਰ ਹੋਏਗੀ, ਨਾਮ ਕੁਝ ਹੋਰ ਹੋਏਗਾ, ਪਰ ਔਰੰਗਜ਼ੇਬ ਪੈਦਾ ਹੋਏਗਾ। पर उस वक्त मैं नहीं होवांगा, अपने वर्गा एक ऐसा खालसा तैयार कर जा जिवें अज बुलंद बांग मैं औरंगजेब के खिलाफ दे रहा, खालसा भी सदा लई दिंदा रहे। ਅਸੀਂ देखा किसानां दे खिलाफ 3 काले कानून जिसने कड्डे, हो सकता है उसका नाम औरंगजेब ना हो सकता है उसकी शक्ल सूरत धर्म औरंगजेब वाला ना होवे, पर उसकी नीयत, उसके काम, उसके कर्म नीरे ही औरंगजेब दे। खालसा दे भी काम होई ने। उदों भारत दी संस्कृति नूं आजाद करवाया गुरु तेग बहादुर साहब ने। आज भी भारत दी संस्कृति नूं आजाद करवा दिता है किसानां ने। शहादतां उदों भी होईयां सन, शहादतां अज भी हो रही हैं, अगे भी होंदियां रहणगीआं। गुरु साहब जे तुसी सच हो, जे तुसी रोशनी हो ते हनेर नूं परेशानी की है रोशनी लेंदे हुए? कोई हनेरे कमरे विच डकिया होवे, बड़ा डर है, वो ते लोचदा है कदों रोशनी होवे ते मैनू कुछ दिखे। पर मैनू एक गल बहुत कमाल इत्थे याद आती है। एक कैदी नू 20 साल काल कोठरी विच बंद रखिया, 20 साल। जदों उसनू बाहर कढ़िया गया, सजा मुक्त किया गया, रोशनी विच लिआंदा गया, ते उसदियां अखां विच ताकत ही नहीं सी कि वो रोशनी देख सके। ते वो फिर कहंदा है कि मैनू कोठरी विच ही पा दिता जाए। ਇਹ ਭਾਰਤ ਦੀ ਸੰਸਕ੍ਰਿਤੀ ਨੂੰ ਆਦਤ ਹੋ ਗਈ ਸੀ ਹਨੇਰ ਕੋਠਰੀ ਵਿੱਚ ਰਹਿਣ ਦੀ। ਸੱਚ ਦਾ ਜਲਦਾ ਦੀਵਾ ਨਾ ਬਰਦਾਸ਼ਤ ਕਰ ਸਕੇ, ਮਾਰ ਸੁੱਟਿਆ। ਇਸਲਾਮ ਧਰਮ ਵਿੱਚ ਮਨਸੂਰ ਇੱਕ ਬਹੁਤ ਵੱਡਾ ਫਕੀਰ ਹੋਇਆ। ਇਸ ਦਾ ਗੁਰੂ ਸੀ ਜ਼ੁਨੈਰ। मंसूर ने
जुनैद दी गल्लां सुन सुन के अल्लाहू कह के भक्ति कर करके अल्लाह वर्गा हो गया सी। साडा भी मकसद यही है, अल्लाह वर्गे हो जाना। गोबिंद मिलन की तेरी बरिया। जदों अल्लाह वर्गा हो गया, संत बन गया, तो उसका मुंहों निकल गया अनल हक कि मैं अल्लाह हो चुकिया। इस्लाम धर्म विच कह देना कि मैं खुदा हो चुकिया बहुत बड़ा कुफर है, बहुत बड़ा पाप है। उस बंदे नूं जीण दा अधिकार कोई नहीं। जुनैद कह देता है मंसूर बच्चे मैं मन लिया कि तू सच हो चुके हैं, पर यह गल बाहर किसी नूं ना दसी, कोई बर्दाश्त नहीं कर सकता। एक राजे दी सभा विच ब्रह्म भोज सी, जिधर जुनैद और मंसूर नूं भी बुलाया गया। हुण जिधर सारे ब्राह्मण इकट्ठे होण ते कुदरती गल भी खुदा दी शुरू हो गई। जदों खुदा दीयां गल्लां होनी शुरू होईयां ते मंसूर दे मुंहों फिर निकल गया कि अनल हक, मैं खुदा हो चुका। राजे ने सुनिया ते क्या ये ते कुफर तोड़ रहा है, इस्लाम धर्म विच अनल हक कहना ते महापाप है, तो किवें कह देता? मौत की सजा होगी। जुनैद ने अपने चेले नूं कह दिता सी कि तू ना कहीं, ते जुनैद जाके पूछ लैंदा है मैं तेनू कुरान दी कसम चुकाई सी कि तू अनल हक नहीं बोलेगा, तो कुरान दी कसम चुक के भी तोड़ देती। वो कहता है नहीं जुनैद मैं कुरान दी कसम नहीं तोड़ी। जिस दिन दा मैं खुदा होया उस दिन दा मंसूर ते मर ही चुकिया है। हुण मेरे अंदरों जो बोल रहे हो खुदा भी बोल रहे, जैसी मैं आवे कसम की बाणी तैसला करी जान के लाल। हाँ आपो बोल ना जानदा, मैं कहया सब हुक्माओ जियो। ते जुनैद दे बोल सन कि मंसूर तो इतना सियाना हो गया है, इतना सियाना हो गया है कि पागलों की भीड़ विच बहुत सियाना हो जाना भी एक पागलबानी है। तू नहीं समझा सकता इन्हें। मार दिता गया मंसूर। मूर्खां की भीड़ विच 7 और 9 साल के साहिबजादियां का इतना सियाना हो जाना मूर्खां नूं बर्दाश्त ही कोई नहीं सी। आज गुरु साहब आनंदपुर का किला छड़ रहे हैं। छड़िया क्यों? 8 महीने का घेरा पिया सी। 22 तार दे पहाड़ी राजे और मुगलों की फौज ने गुरु साहब को 8 महीने अंदर बंद रखा, राशन पानी भी बंद कर दिता कि बाहर ना निकल सकन किसी तरह। जदों 8 महीने देख के उन्होंने देखा ये तो बाहर आउंदे नहीं, हार मनते कोई नहीं, तो उन्होंने कुरान के ऊपर लिख के कसम औरंगजेब ने लिख भेजी। 22 धार दे राजियां ने आटे की गऊ बना के कसम लिख भेजी कि तुसी किला छोड़ दो, सिंघां समेत किला छोड़ दो, असीं तुहाडी हवा वाल भी नहीं तकांगे, जिधर मर्जी जाओ किला छोड़ दो। कसमें कुरान पर कसम चुकी, गऊ की कसम खा ली कि तुसी किला छोड़ दो, असीं तुहानूं कुछ भी नहीं कहांगे। जदों गुरु साहब कोल कसमां पहुंचियां, गुरु साहब कहंदे इन्हां दी कसमां झूठियां ने, खालसा जी थोड़ा इंतजार कर लो। 5 प्यारिਆਂ ने बेनती की। गुरु साहब 8 महीने के अंदर इतनी भुखमरी फैल चुकी है, पेड़ां दीयां जड़ां तक खा चुके सन सिख, खाण नूं है ही कुछ नहीं सी। घोड़े हाथी सब बीमारी नाल मर रहे सन, ਸਿੰਘਾਂ ਦਾ बुरा हाल हो रहा सी, पर सिदक को कोई डोलदा नहीं सी, हटते भी पीछे नहीं सन, पर शहादतां अंदर ही होई जा रही सी। गुरु साहब किला छड्ड गए। 5 ਸਿੰਘਾਂ ਦੀ बेनती ते गुरु साहब 6 और 7 पौ दी रात दे विच किला छड्डदे। इस वक्त गुरु साहब कोल 10,000 सिंह ने, 10,000। सामने मुगलों की फौज 10 लाख है। किला छड्ड दिंदे, सारा परिवार भी नाल, माल असबाब भी नाल, जेड़े ग्रंथ लिख रहे हैं वो भी नाल, सारे गुरसिख भी नाल, फौज सेनापति घोड़े जेड़े जानवर बचे हैं वो भी नाल। किला छड्डदे हैं। 6 और 7 पौ दी रात आनंदगढ़ के किले तो कुछ को ही दूर होए हैं,
ਤੇ ਕੁਰਾਨ ਦੀਆਂ ਕਸਮਾਂ, ਗਊ ਦੀਆਂ ਕਸਮਾਂ ਤੋੜ ਦਿੰਦੇ ਹਨ, ਗੁਰੂ ਸਾਹਿਬ ਦੇ ਪਿੱਛੇ ਲੱਗ ਜਾਂਦੇ, ਜੰਗ ਸ਼ੁਰੂ ਹੋ ਜਾਂਦਾ। ਇਹ ਗੱਲ ਦੇਖ ਕੇ ਛੱਤੇ ਆਣੇ ਦਾ ਇੱਕ ਫਕੀਰ ਸੀ ਇਬਰਾਹੀਮ ਨੂੰ ਪਤਾ ਚੱਲਦਾ ਹੈ ਕਿ ਗੁਰੂ ਸਾਹਿਬ ਕਿਲਾ ਤੇ ਛੋੜ ਗਏ ਹਨ, ਪਰ ਕੁਰਾਨ ਦੀਆਂ ਕਸਮਾਂ ਤੋੜ ਲਈਆਂ ਗਈਆਂ। ਕੁਰਾਨ ਦੀ ਕਸਮ ਤੋੜ ਦਿੱਤੀ ਹੈ ਤੇ ਗੁਰੂ ਸਾਹਿਬ ਉੱਪਰ ਜੰਗ ਦੁਬਾਰਾ ਲੱਗਿਆ। ਉਹ ਛੱਤੇ ਆਣੇ ਦਾ ਫਕੀਰ ਇਤਨਾ ਮੰਨਿਆ ਪਰ ਮੰਨਿਆ ਫਕੀਰ ਸੀ ਕਿ ਔਰੰਗਜ਼ੇਬ ਵੀ ਉਸਦੇ ਦਰਸ਼ਨਾਂ ਨੂੰ ਜਾਂਦਾ ਸੀ। ਉਸ ਫਕੀਰ ਨੇ ਆ ਕੇ ਗੁਰੂ ਸਾਹਿਬ ਦੀ ਫੌਜ ਵਿੱਚ ਸ਼ਾਮਿਲ ਹੋਇਆ, ਸਮਾਂ ਪਾ ਕੇ ਉਹ ਅੰਮ੍ਰਿਤਧਾਰੀ ਹੋ ਗਿਆ ਸੀ, ਸਿੰਘ ਸਜ ਗਿਆ। ਉਸਨੂੰ ਕਿਸੇ ਨੇ ਪੁੱਛਿਆ ਕਿ ਤੂੰ ਧਰਮ ਹੀ ਛੱਡ ਬੈਠਾ ਹੈ, ਤੈਨੂੰ ਤੇ ਸਾਰੇ ਮੁਸਲਮਾਨ ਨਮਸਕਾਰ ਕਰਦੇ ਸਨ, ਤੂੰ ਤੇ ਆਪਣਾ ਹੀ ਧਰਮ ਛੋੜ ਬੈਠਾ ਹੈ। ਤੇ ਉਹ ਕਹਿੰਦਾ ਅੱਜ ਮੈਨੂੰ ਲੱਗ ਰਿਹਾ ਹੈ ਕਿ ਮੈਂ ਸੱਚਾ ਮੁਸਲਮਾਨ ਬਣ ਗਿਆ। ਅੰਮ੍ਰਿਤ ਛਕਣ ਤੋਂ ਬਾਅਦ ਦੀ ਗੱਲ ਕਹਿ ਕਿ ਅੱਜ ਮੈਨੂੰ ਜਾਪਦਾ ਹੈ ਕਿ ਮੈਂ ਸੱਚਾ ਮੁਸਲਮਾਨ ਬਣ ਗਿਆ। ਉਹ ਕਿਵੇਂ? ਉਹ ਕਹਿੰਦਾ ਤੁਸੀਂ ਮੈਨੂੰ ਦੱਸੋ ਸੱਚਾ ਮੁਸਲਮਾਨ ਕੌਣ ਹੋਵੇਗਾ? ਕਹਿੰਦੇ ਸੱਚਾ ਮੁਸਲਮਾਨ ਉਹ ਹੋਵੇਗਾ ਜਿਹੜੇ ਕੁਰਾਨ ਦੀ, ਜਿਹੜੇ ਇਸਲਾਮ ਧਰਮ ਦੀ ਇੱਜ਼ਤ ਕਰਦਾ ਹੈ। ਤੇ ਉਹ ਕਹਿੰਦੇ ਫਿਰ ਮੈਨੂੰ ਲੱਗਦਾ ਹੈ ਕਿ ਜਿਤਨੀ ਗੁਰੂ ਗੋਬਿੰਦ ਸਿੰਘ ਇਸਲਾਮ ਧਰਮ ਦੀ ਇੱਜ਼ਤ ਕਰਦੇ ਹਨ, ਕੁਰਾਨ ਦੀ ਇੱਜ਼ਤ ਕਰਦੇ ਨੇ, ਇਤਨਾ ਹੋਰ ਕੋਈ ਵੀ ਨਹੀਂ ਕਰਦਾ। ਉਹ ਕਹਿੰਦੇ ਉਹ ਕਿਵੇਂ? ਕਹਿੰਦਾ ਔਰੰਗਜ਼ੇਬ ਨੇ ਕੁਰਾਨ ਦੀ ਕਸਮ ਚੁੱਕੀ ਕਿ ਤੁਸੀਂ ਬਾਹਰ ਚਲੇ ਜਾਓ, ਅਸੀਂ ਕੁਝ ਵੀ ਨਹੀਂ ਕਵਾਂਗੇ। ਉਹ ਕਸਮ ਤੋੜ ਕੇ ਔਰੰਗਜ਼ੇਬ ਹਮਲਾ ਕਰ ਰਿਹਾ ਹੈ। ਗੁਰੂ ਸਾਹਿਬ ਨੂੰ ਪਤਾ ਹੈ ਕਿ ਕਸਮ ਝੂਠੀ ਚੁੱਕੀ ਹੈ, ਤਾਂ ਵੀ ਧਾਰਮਿਕ ਗ੍ਰੰਥ ਦੀ ਚੁੱਕੀ ਕਸਮ ਤੇ ਯਕੀਨ ਕਰਕੇ ਗੁਰੂ ਸਾਹਿਬ ਪਰਿਵਾਰ ਦੇ ਸ਼ਹੀਦ ਕਰਾ ਸਕਦੇ ਹਨ, ਪਰ ਧਾਰਮਿਕ ਗ੍ਰੰਥ ਦੀ ਤੌਹੀਨ ਨਹੀਂ ਕਰ ਸਕਦੇ। ਤੇ ਤੂੰ ਮੈਨੂੰ ਦੱਸ ਸੱਚਾ ਮੁਸਲਮਾਨ ਕੌਣ ਹੋਇਆ? ਫਿਰ ਇੱਕ ਮੁਸਲਮਾਨ ਨਹੀਂ, ਪੀਰ ਬੁੱਧੂ ਸ਼ਾਹ, ਉਹ ਵੀ ਆ ਕੇ ਸਿੰਘ ਸਜਦੇ ਹਨ। ਆਪਣੇ 700 ਮੁਰੀਦ ਗੁਰੂ ਸਾਹਿਬ ਦੀ ਜੰਗ ਵਿੱਚ ਨਾਲ ਸ਼ਹੀਦ ਕਰਾਉਂਦੇ ਹਨ, ਆਪਣੇ ਲੜਕੇ, ਆਪਣੇ ਭਰਾ। ਅਨੰਦਪੁਰ ਤੋਂ ਸਰਸਾ ਨਦੀ ਤੱਕ ਗੁਰੂ ਸਾਹਿਬ ਪਹੁੰਚਦੇ ਹਨ। ਮੌਸਮ ਬੜਾ ਖਰਾਬ ਹੈ, ਪੋਹ ਸਿਆਲ ਦੀਆਂ ਠੰਡੀਆਂ ਰਾਤਾਂ ਹਨ, ਨਾਲ ਛੋਟੇ ਬੱਚੇ ਵੀ ਹਨ, ਪੂਰਾ ਪਰਿਵਾਰ ਵੀ ਹੈ, ਮਾਤਾਵਾਂ ਵੀ ਹਨ, ਬਜ਼ੁਰਗ ਵੀ ਹਨ, ਤੇ ਸਰਸਾ ਚੜ੍ਹ ਆਉਂਦੀ ਹੈ। ਜੰਗ ਲੱਗਿਆ ਹੋਇਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਸਰਸਾ ਤੱਕ ਪਹੁੰਚਦੇ ਪਹੁੰਚਦੇ 10,000 ਸਿੰਘ ਨਿਕਲੇ ਸਨ। ਸਰਸਾ ਤੱਕ ਪਹੁੰਚਦੇ ਪਹੁੰਚਦੇ 9,500 ਸਿੰਘ ਸ਼ਹੀਦ ਵੀ ਹੋ ਜਾਂਦਾ ਹੈ। 9,500, ਕੇਵਲ 500 ਸਿੰਘ ਰਹਿ ਜਾਂਦੇ। ਸੋਚੋ ਕਿਤਨਾ ਇਕੱਠ ਹੋਏਗਾ ਮਾਰ ਕਾਟ ਲਈ। ਕੇਵਲ 500 ਸਿੰਘ ਜਦੋਂ ਗੁਰੂ ਸਾਹਿਬ ਕੋਲ ਰਹਿੰਦੇ ਹਨ ਤੇ ਗੁਰੂ ਸਾਹਿਬ ਸਮਾਂ ਦੇਖਦੇ ਹਨ, ਅੰਮ੍ਰਿਤ ਵੇਲਾ ਹੋ ਚੁੱਕਿਆ। ਭਾਈ ਦਇਆ ਸਿੰਘ ਨੂੰ ਬੁਲਾ ਲੈਂਦੇ। ਦਇਆ ਸਿੰਘ, ਸਾਰੇ ਬੈਠੋ, ਅੰਮ੍ਰਿਤ ਵੇਲਾ ਹੋ ਗਿਆ, ਨਿਤਨੇਮ ਕਰੀਏ। 10 ਲੱਖ ਦਾ ਹਜ਼ੂਮ ਪਿੱਛੇ ਮਾਰ ਕਾਟ ਕਰ ਰਿਹਾ ਹੈ। 9,500 ਸਿੰਘ 2-3 ਕਿਲੋਮੀਟਰ ਵਿੱਚ ਹੀ ਸ਼ਹੀਦ ਹੋ ਗਏ ਹਨ, ਨਿਤਨੇਮ ਕਰੀਏ। ਗੁਰੂ ਸਾਹਿਬ ਪਹਿਲੇ ਕੋਈ ਸੇਫ ਜਗ੍ਹਾ ਲੱਭ ਲੈਂਦੇ ਆ, ਕਿਧਰੇ ਟਿਕਾਣਾ ਕਰ ਲੈਂਦੇ ਆ, ਫਿਰ ਕਰ ਲਾਂਗੇ, ਅੱਜ ਨਾ ਵੀ ਹੋਇਆ ਤਾਂ ਕੱਲ ਕਰ ਲਾਂਗੇ। ਗੁਰੂ ਸਾਹਿਬ ਕਹਿੰਦੇ ਦਇਆ ਸਿੰਘ, ਸਾਡੇ ਕੋਲ ਕਿਤਨੇ ਸਿੰਘ ਬਚੇ? ਗੁਰੂ ਸਾਹਿਬ ਕੇਵਲ 500 ਸਿੰਘ ਰਹਿ ਗਏ। ਤੇ ਗੁਰੂ ਸਾਹਿਬ ਕਹਿੰਦੇ 250 ਸਿੰਘ ਫਿਰ ਬੈਠ ਕੇ ਨਿਤਨੇਮ ਕਰੀਏ। ਸੰਗਤ ਰੂਪੀ 250 ਸਿੰਘ ਬੈਠ ਜਾਣ ਤੇ 250 ਸਿੰਘ ਘੇਰਾ ਪਾ ਲੈਣ ਸੰਗਤ ਦੇ ਆਲੇ ਦੁਆਲੇ, ਲੜਾਈ ਕਰੋ। ਤੁਹਾਡੀ ਵੀ ਗੱਲ ਰਹਿ ਜਾਏ ਤੇ ਮੇਰੀ ਵੀ ਰਹਿ ਜਾਏ। ਦਇਆ ਸਿੰਘ ਕਹਿੰਦੇ ਗੁਰੂ ਸਾਹਿਬ ਕੁਝ ਕਾਬੂ ਨਹੀਂ ਆਣ ਲੱਗਾ। 9,500 ਸਿੰਘਾਂ ਨੂੰ ਇਹਨਾਂ ਨੇ ਗਾਜਰ ਮੂਲੀਆਂ ਦੀ ਤਰ੍ਹਾਂ ਕਰ ਛੱਡਿਆ। 500 ਸਿੰਘਾਂ ਨੂੰ ਮਾਰਨ ਵਿੱਚ ਕਿੰਨਾ ਸਮਾਂ ਲੱਗੇਗਾ? ਉਹ ਵੀ ਤੁਸੀਂ ਟਿਕ ਕੇ ਨਿਤਨੇਮ ਕਰਨ ਦੀ ਗੱਲ ਕਹਿ ਰਹੇ ਹੋ। ਗੁਰੂ ਸਾਹਿਬ ਰਹਿਣ ਦਿਓ, ਬੜੀ ਬੇਨਤੀ ਦਇਆ ਸਿੰਘ ਕਰ ਰਹੇ ਨੇ, ਪਰ ਗੁਰੂ ਸਾਹਿਬ ਟਿਕ ਗਏ, ਬੈਠ ਗਏ। 250 ਸਿੰਘਾਂ ਨੂੰ ਹੁਕਮ ਆਇਆ ਤੁਸੀਂ ਬੈਠ ਜਾਓ, ਸਾਰੇ ਬੈਠ ਗਏ। ਨਿਤਨੇਮ ਸ਼ੁਰੂ ਹੋ ਗਿਆ। ਰਣ ਤੱਤੇ ਵਿੱਚ ਨਿਤਨੇਮ ਹੋ ਰਿਹਾ ਹੈ, ਜੰਗ ਦੇ ਮੈਦਾਨ ਵਿੱਚ ਨਿਤਨੇਮ ਹੋ ਰਿਹਾ ਹੈ, 10 ਲੱਖ ਦੇ ਹਜ਼ੂਮ ਦੇ ਸਾਹਮਣੇ ਨਿਤਨੇਮ ਹੋ ਰਿਹਾ ਹੈ। 50 ਸਿੰਘਾਂ ਦਾ ਜੱਥਾ ਲੈ ਕੇ ਸਾਹਿਬਜ਼ਾਦਾ ਅਜੀਤ ਸਿੰਘ, ਭਾਈ ਉਦੈ ਸਿੰਘ, ਸ਼ਾਹੀ ਟਿੱਬੇ ਨਾਮ ਦੀ ਇੱਕ ਉੱਚੀ ਜਗ੍ਹਾ ਸੀ, ਉੱਧਰ ਜਾ ਕੇ 50 ਸਿੰਘਾਂ ਨਾਲ ਦੁਸ਼ਮਣਾਂ ਦਾ ਮੁਕਾਬਲਾ ਕਰ ਰਹੇ। ਸੱਜੇ ਪਾਸੇ ਭਾਈ ਜੀਵਨ ਸਿੰਘ 100 ਸਿੰਘਾਂ ਦਾ ਜੱਥਾ ਲੈ ਕੇ ਮੁਗਲਾਂ ਦਾ ਮੁਕਾਬਲਾ ਕਰ ਰਹੇ ਨੇ, ਤੇ ਗੁਰੂ ਸਾਹਿਬ ਦੀ ਸੰਗਤ ਦੇ ਘੇਰੇ ਵਿੱਚ
100 ਸਿੰਘਾਂ ਦਾ ਜੱਥਾ ਲੈ ਕੇ ਭਾਈ ਬਚਿੱਤਰ ਸਿੰਘ ਮੁਗਲਾਂ ਦਾ ਮੁਕਾਬਲਾ ਕਰ ਰਹੇ ਨੇ, ਪਰ ਅੰਦਰ ਹੋ ਕੀ ਰਿਹਾ? ਨਿਤਨੇਮ ਹੋ ਰਿਹਾ। ਹੱਦ ਹੋ ਗਈ। ਮੈਨੂੰ ਸਮਝ ਨਹੀਂ ਲੱਗਦੀ ਇਤਨਾ ਨਿਤਨੇਮ ਜ਼ਰੂਰੀ ਕਿਉਂ ਹੈ? ਗੁਰੂ ਸਾਹਿਬ ਅੱਜ ਨਾ ਕਰਦੇ। ਗੁਰੂ ਸਾਹਿਬ ਕਹਿੰਦੇ ਦਇਆ ਸਿੰਘ ਹੁਣੇ ਤੇ ਕੁਝ ਵੀ ਨਹੀਂ, ਅਸੀਂ ਤੇ ਠੰਡੀ ਜ਼ਮੀਨ ਪਰ ਹੀ ਬੈਠੇ ਹਾਂ, ਕੇਵਲ ਮੀਂਹ ਬਰਸ ਰਿਹਾ ਹੈ, ਸਿਰਫ ਸਰਸਾ ਚੜੀ ਹੈ। ਚੇਤੇ ਰੱਖ ਪਰਦਾਦਾ, ਮੇਰੇ ਪਰਦਾਦਾ ਤਪਤੇ ਤਵੇ ਤੇ ਬੈਠੇ ਹਨ, ਸਿਰ ਤੇ ਗਰਮ ਰੇਤਾ ਪਾਇਆ ਜਾ ਰਿਹਾ ਹੈ। ਜੇ ਉਹ ਨਿਤਨੇਮ ਤਾਂ ਵੀ ਨਹੀਂ ਭੁੱਲਦੇ, ਅੱਜ ਦਾ ਕੰਮ ਤੇ ਸੌਖਾ ਹੀ ਹੈ। ਜੇ ਤਵੇ ਤੇ ਬੈਠ ਕੇ ਵੀ ਉਹ ਕਹਿ ਸਕਦੇ ਹਨ ਕਿ ਤੇਰਾ ਕੀਆ ਮੀਠਾ ਲਾਗੈ ਹਰ ਨਾਮ ਪਦਾਰਥ, ਦਇਆ ਸਿੰਘ ਹੋਣੇ ਤੇ ਅਸੀਂ ਸੌਖੇ ਹੀ ਹਾਂ। ਹੈਰਾਨ ਹੋ ਜਾਗੇ ਸੁਣ ਕੇ 3 ਘੰਟੇ ਗੁਰੂ ਸਾਹਿਬ ਬੈਠੇ ਰਹੇ ਨਿਤਨੇਮ ਵਿੱਚ। ਸੂਰਜ ਨਹੀਂ ਚੜਿਆ ਹੁਣੇ, ਨਿਤਨੇਮ ਵੀ ਕੀਤਾ, ਆਸਾ ਦੀ ਵਾਰ ਦਾ ਕੀਰਤਨ ਵੀ ਹੋਇਆ, ਸਾਜ਼ ਵੀ ਨਾਲ ਸਨ। ਗੁਰੂ ਸਾਹਿਬ ਇਸ ਤਰ੍ਹਾਂ ਟਿਕ ਕੇ ਬੈਠੇ ਜਿਵੇਂ ਆਨੰਦਪੁਰ ਦੇ ਕਿਲੇ ਵਿੱਚ ਕਦੀ ਦਰਬਾਰ ਸਜਦਾ, ਇਸ ਤਰ੍ਹਾਂ ਮੁਸਕਰਾਹਟ ਵਿੱਚ ਬੈਠੇ ਜਿਵੇਂ ਸਾਰੇ ਬੱਚੇ ਨਾਲ ਨੇ, ਸਾਜ਼ੋ ਸਮਾਨ ਨਾਲ ਹੈ ਔਰ ਬੜਾ ਆਨੰਦ ਹੋ ਰਿਹਾ ਇੱਥੇ। ਬੜੇ ਖਿੜੇ ਮੱਥੇ ਗੁਰੂ ਸਾਹਿਬ ਨਿਤਨੇਮ ਕਰ ਰਹੇ ਹਨ। ਆਸਾ ਦੀ ਵਾਰ ਦਾ ਕੀਰਤਨ ਹੁੰਦਾ, ਸਮਾਪਤੀ ਹੁੰਦੀ ਹੈ, ਜੈਕਾਰਾ ਬੋਲਦੇ ਹਨ, ਬੋਲੇ ਸੋ ਨਿਹਾਲ। ਜਿਵੇਂ ਹੀ ਫਤਿਹ ਬੁਲਾਈ ਜਾਂਦੀ ਹੈ, ਭਾਈ ਦਇਆ ਸਿੰਘ ਗਲ ਵਿੱਚ ਪੱਲਾ ਲੈ ਕੇ ਤੇ ਗੁਰੂ ਸਾਹਿਬ ਦੇ ਅੱਗੇ ਖਲੋ ਜਾਂਦੇ ਹਨ। ਗੁਰੂ ਸਾਹਿਬ ਅੱਜ ਤੱਕ ਤੁਹਾਡੇ ਤੇ ਬੇਹੱਦ ਵਿਸ਼ਵਾਸ ਸੀ, ਅੱਜ ਤੱਕ ਵਿਸ਼ਵਾਸ ਸੀ। 1699 ਤੁਸੀਂ ਸਿਰ ਮੰਗਿਆ, ਪਹਿਲਾ ਸਿਰ ਦੇਣ ਲਈ ਮੈਂ ਹੀ ਖੜਾ ਹੋਇਆ ਸੀ, ਵਿਸ਼ਵਾਸ ਸੀ ਤੂੰ ਜਿੱਥੇ ਕਿੱਥੇ ਰੱਖ ਲੈਣਾ। ਅੱਜ ਤੱਕ ਇਹ ਵਿਸ਼ਵਾਸ ਹੈ ਸੀ ਕਿ ਜਾਂ ਤੂੰ ਮੇਰਾ ਬਲ ਹੈ ਤਾਂ ਕਿਆ ਮੋਛੰਦਾ, ਤੁਧ ਸਭ ਕੁਝ ਮੈਨੂੰ ਸੌਂਪਿਆ ਜਾ। ਅੱਜ ਤੱਕ ਵਿਸ਼ਵਾਸ ਸੀ ਗੁਰੂ ਸਾਹਿਬ, ਅੱਜ ਸਾਰਾ ਵਿਸ਼ਵਾਸ ਖੇਰੂ ਹੋ ਗਿਆ, ਸਾਰਾ ਵਿਸ਼ਵਾਸ ਟੁੱਟ ਗਿਆ। ਕਿਉਂ ਦਇਆ ਸਿੰਘ? ਗੁਰੂ ਸਾਹਿਬ ਤੁਸੀਂ ਸਿੱਖਾਂ ਦੀ ਕੀਮਤ ਹੀ ਕੋਈ ਨਹੀਂ ਪਾਈ। 9,500 ਸਿੰਘ ਸ਼ਹੀਦ ਹੋ ਗਿਆ, ਕਿਲੇ ਵਿੱਚ ਤੁਹਾਨੂੰ ਕਹਿੰਦੇ ਰਹੇ ਕਿ ਨਾ ਨਿਕਲੋ। ਸਿੰਘ ਕੇਵਲ ਰਹਿ ਗਏ। ਗੁਰੂ ਸਾਹਿਬ ਅੱਜ ਨਾ ਕਰਦੇ ਨਿਤਨੇਮ। ਦਇਆ ਸਿੰਘ ਮੇਰੇ ਤੋਂ ਭੁੱਲ ਹੋਈ। ਗੁਰੂ ਸਾਹਿਬ 250 ਸਿੰਘਾਂ ਦਾ ਜੱਥਾ ਤੁਹਾਡੀ ਰਖਵਾਲੀ ਤੇ ਸੀ, 250 ਵਿੱਚੋਂ ਇੱਕ ਵੀ ਨਹੀਂ ਬਚਿਆ, ਨਿਤਨੇਮ ਕਰ ਰਹੇ ਸਨ। ਸਾਹਿਬਜ਼ਾਦਾ ਅਜੀਤ ਸਿੰਘ ਨਾਲ ਉਦੈ ਸਿੰਘ ਖੜਾ ਹੈ, 50 ਸਿੰਘਾਂ ਦਾ ਜੱਥਾ ਲੈ ਕੇ ਗੁਰੂ ਸਾਹਿਬ ਸਾਹਿਬਜ਼ਾਦੇ ਨੂੰ ਤੇ ਜਿਵੇਂ ਕਿਵੇਂ ਕਰਕੇ ਮੈਂ ਲੈ ਆਇਆ, ਪਰ ਨਾ ਉਦੈ ਸਿੰਘ ਰਿਹਾ ਤੇ ਨਾ 50 ਸਿੰਘ ਰਹੇ। 100 ਸਿੰਘਾਂ ਦਾ ਜੱਥਾ ਲੈ ਕੇ ਗੁਰੂ ਸਾਹਿਬ ਜੀਵਨ ਸਿੰਘ ਖੜਾ ਸੀ ਸੱਜੇ ਬਾਹੀ, ਨਾ ਜੀਵਨ ਸਿੰਘ ਰਿਹਾ ਤੇ ਨਾ 100 ਸਿੰਘ ਰਹੇ। ਗੁਰੂ ਸਾਹਿਬ ਬਚਿੱਤਰ ਸਿੰਘ ਭਾਈ ਮਨੀ ਸਿੰਘ ਦਾ ਲੜਕਾ, ਜਿਸ ਨੂੰ ਤੁਸੀਂ ਲੋਹਗੜ੍ਹ ਦੇ ਕਿਲੇ ਵਿੱਚ ਨਾਗਣੀ ਦੇ ਕੇ ਹਾਥੀ ਤੇ ਮਰਵਾ ਦਿੱਤਾ, ਪਰ ਆਪਣੇ ਸਿੱਖ ਦੀ ਲਾਜ ਰੱਖ ਲਈ। ਅੱਜ ਤੁਸੀਂ ਬਚਿੱਤਰ ਸਿੰਘ ਦੀ ਵੀ ਲਾਜ ਨਾ ਰੱਖ ਸਕੇ, ਨਾ ਬਚਿੱਤਰ ਸਿੰਘ ਰਿਹਾ ਤੇ ਨਾ 100 ਸਿੰਘ ਰਹੇ। ਗੁਰੂ ਸਾਹਿਬ ਤੁਸੀਂ ਸਿੱਖਾਂ ਦੇ ਸਿਰਾਂ ਦਾ ਮੁੱਲ ਬਹੁਤ ਥੋੜਾ ਪਾਇਆ, ਤੁਹਾਨੂੰ ਕਦਰ ਹੀ ਕੋਈ ਨਹੀਂ। ਇਹ ਦਇਆ ਸਿੰਘ ਕਹਿ ਰਹੇ। ਯਾਦ ਰੱਖੀਏ ਇਹ ਕੌਣ ਦਇਆ ਸਿੰਘ ਨੇ? ਗੁਰੂ ਸਾਹਿਬ ਇੱਕ ਦਿਨ ਪੱਥਰ ਉਛਾਲਦੇ ਸਨ, ਹੱਥ ਵਿੱਚ ਖੇਡ ਰਹੇ ਸਨ, ਪੱਥਰ ਉਛਾਲਦੇ ਸਨ, ਚੁੱਕਿਆ ਪੱਥਰ ਤੇ ਨਦੀ ਵਿੱਚ ਸੁੱਟ ਦਿੰਦੇ, ਪੱਥਰ ਡੁੱਬ ਜਾਂਦਾ, ਫਿਰ ਉਛਾਲਦੇ, ਫਿਰ ਸੁੱਟਦੇ, ਡੁੱਬ ਜਾਂਦਾ, ਤੀਸਰਾ ਚੁੱਕਦੇ, ਸਿੰਘਾਂ ਨੂੰ ਬੋਲ ਬੁਲਾ ਰਹੇ, ਦੱਸੋਗੇ ਪੱਥਰ ਕਿਉਂ ਡੁੱਬ ਰਹੇ ਨੇ? ਦੱਸ ਸਕਦੇ ਹੋ? ਇੱਕ ਸਿੰਘ ਕਹਿੰਦਾ ਗੁਰੂ ਸਾਹਿਬ ਪੱਥਰ ਭਾਰੀ ਹੈ, ਪਾਣੀ ਹੌਲਾ ਹੈ ਤੇ ਪੱਥਰ ਤਾਂ ਡੁੱਬ ਰਹੇ। ਫਿਰ ਛਾਲ ਦੇ, ਤੂੰ ਜਵਾਬ ਦੇ। ਦੂਸਰੇ ਨੂੰ ਕਹਿੰਦਾ, ਉਹ ਕਹਿੰਦੇ ਗੁਰੂ ਸਾਹਿਬ ਪਾਣੀ ਦਾ ਸੁਭਾਅ ਹੈ ਪੱਥਰ ਨੂੰ ਡੋਬ ਲੈਣਾ, ਪੱਥਰ ਦਾ ਸੁਭਾਅ ਹੈ ਡੁੱਬ ਜਾਣਾ, ਤਾਂ ਪੱਥਰ ਡੁੱਬ ਰਹੇ ਨੇ। ਫਿਰ ਉਛਾਲ ਦੇ, ਦਇਆ ਸਿੰਘ ਤੁਸੀਂ ਦੱਸੋ ਪੱਥਰ ਕਿਉਂ ਡੁੱਬ ਰਹੇ ਨੇ?
गल विच पल्ला लैके दया सिंह कहते, मैं क्यों गल दस रहा, ये ओही दया सिंह ने जिहड़ी ये गल कह रहे ने, ये ओही दया सिंह ने जिहड़े सरसा ते कुछ होर कह रहे। दया सिंह दसोगे पत्थर क्यों डुब रहे ने? गुरु साहब मैनू तां इक्को गल समझ आउंदी है, जदों तक पत्थर तेरे हथ विच सी ਉਹ पत्थर ਨੂੰ कोई खतरा नहीं सी। गुरु साहब मैं देखा जेड़ा तेरे हाथों बाहर होया डूब ही गया, पत्थर तेरे हाथों बाहर हो गया तो डूब गया। इतना दृढ़ विश्वास दया सिंह नूं, ते अज ओही दया सिंह कह रहे गुरु साहब सिखां दे सिरां दा मुल बड़ा थोड़ा पाया, तुसीं कदर ही कोई ना कीती, 250 सिंह शहीद करवा दिता। हुण गुरु साहब दा जवाब, जिधर साडी सियाणपां चलाकियां खत्म होंदी है ना, मैं सोचदा गुरु साहब का ज्ञान उधर शुरू होता है। जपजी साहिब रोज असीं पढ़ रहे हैं, सहज सियाणपां लख होवे तां एक ना चले ना, क्योंकि चतुराई ना चतुर्भुज पाई, चतुराइयां सियाणपां नाल ते असीं परमात्मा नूं नहीं रिझा सकते। ए ओ गुरु है जिधर साडी सियाणपां खत्म हो रही है, उधर उसका ज्ञान शुरू हो रहा है। ओ गुरु है। फिर दसा, दो बेड़ियां दे पैर रखे असीं कदी नहीं तर सकते। पंजाबी दी कहावत सारे नूं पता, दो बेड़ियां दे पैर कोई नहीं तरिया अज तक। एक बेड़ी ते होवांगे ते तर जावांगे, पर असीं भी सदा ही दो बेड़ियां दे पैर रखे, सदा ही। केड़ी? शरदा दी बेड़ी ते पैर रखे गुरुद्वारे आ जांदे आ, शक दी बेड़ी ते पैर रखे फिर अपने मन पिछे तुर लेंदे आ। शरदा दी बेड़ी विच पैर रखे नितनेम कर लेंदे आ, शक दी बेड़ी विच पैर रखे बेईमानी भी कर लेंदे आ। शरदा दी बेड़ी विच पैर रखे सच बोल लेंदे आ, शक दी बेड़ी विच पैर रखे झूठ भी बोल लेंदे आ। शरदा दी बेड़ी विच पैर रखे कीर्तन कर लेंदे आ, शक दी बेड़ी विच पैर रखे गालां भी कढ लेंदे। ਅਸੀਂ ਚਾਹੁੰਦੇ ਹਾਂ ਦੁਨੀਆ ਵੀ ਖੁਸ਼ ਰਵੇ ਤੇ ਗੁਰੂ ਵੀ ਖੁਸ਼ ਰਵੇ, ਪਰ ਗੁਰੂ ਸਾਹਿਬ ਦਾ ਅਟਲ ਵਾਕ ਸਲਾਮ ਜਵਾਬ ਦੋਵੇਂ ਕਰੇ। ਦੋਏ ਗੱਲਾਂ ਕਰੋਗੇ ਤੇ ਫਿਰ ਹੋਵੇਗੀ, ਸਲਾਮ ਜਵਾਬ ਦੋਵੇਂ ਕਰੇ ਮੁੰਡੋ ਕੁੱਥਾ ਜਾਏ, ਨਾਨਕ ਦੋਵੇਂ ਕੂੜੀਆਂ ਖਾਏ ਨਾ ਖਾਈ। ਸੀਸ ਨਿਵਾਏ क्या थी है ਜਾਂ ਹਿਰਦੈ ਕੋ ਸੁਧੇ ਜਾਏ, ਉਸ ਸੀਸ ਨਿਵਾਏ ਦਾ ਕੋਈ ਲਾਭ ਨਹੀਂ जे अंदर अपनी हंकार ओही प्रबल हंकार कायम है। ए ओ गुरु गोबिंद सिंह साहब ने जिन्हां कोल हर चीज का ऐसा जवाब है कि सवाल पूछने वाला अंदर तक तिरपत हो जाए। मैं फिर कहां, लंगर हॉल चो निकलांगा कोई नहीं पूछेगा तन तिरपत होया है कि नहीं, भूख मिट गई है कि नहीं, पर मुआफ करना गुरुद्वारे तो बाहर निकलांगा जे कोई पूछ लवे दुख मिट गए ने कि नहीं, कलेश दूर हो गया कि नहीं, ते जे मैं कह देता नहीं ते मैं गुरुद्वारे आया ही कोई नहीं। गुरुद्वारे आके ते सोझी लैनी सी गुरु दी, गुरु की मन तू ले आने, गुरु द्वारे होए सोझी पाए सी, एक द्वारे धोए अच्छा होए सी। कलगीधर पातशाह दा एक दृष्टांत होर दवा, गल होर पकड़ विच आ जाए। नदी के किनारे एक दिन गुरु साहब जा रहे ने, बेड़ी विच सिखां नूं बिठाया, चलो नदी पार करिए। फिर असी दो बेड़ियों पर पैर नहीं रखना, शक भी ते शरदा भी। नदी किनारे गुरु साहब ने सिखां नूं बेड़ी च बिठाया कि चलो नदी पार करिए, ते बाहर देखते हैं एक तपस्वी अग दा भांबड़ मचा के ते विच बैठा है, गर्मी का दिन। तपस्वी नूं पुछ लैंदे, ऋषि जी तुसी की करते हो? कहता मैं तप साधना करता हूं ताकि मैनू रिद्धियां सिद्धियां मिलन। कितना समय हो गया साधना करते? 12 साल। उस ऋषि नूं 12 साल हो गए धूणियां दे विच बैठे, रोम रोम करके अपना अंग कट के भी गुरु साहब हवन विच दिंदा ताकि मैनू रिद्धियां सिद्धियां हासिल होण। सुखमनी साहिब भी कहते हैं गुरु साहब मैनू 12 साल हो गए, करदा क्यों है? रिद्धियां सिद्धियां मिलन।
शरीर कटाए होमै कर राती, वर्त नेम करै बहु भांति। तीसरी अष्टपदी है, बहु शास्त्र बहु सिमरती, पेखे सर्व टंडोल, पूजस नाहि हर हरे। ये अष्टपदी पढ़ के दिल ऐसा बलूंदरिया जाता है। हर अष्टपदी के आखिरी लाइन में आएगी कि नाम तुल कुछ भी नहीं हो सकता, नाम के बराबर। जैन मार्ग संयम अथ साधन, नाम तुल कछ अवर। गुरु साहब धूनियां तपा रहे, गुरु साहब कहते आ तेनू नदी पार करावा। छोड़, की कर रहे हैं, इतना शरीर को जोखिम दे रहे हैं। वो कहता जाओ तुसी। गुरु साहब भी बैठ जाते बेड़ी ऊपर, नदी पार कर रहे हैं। अद्धे रस्ते पहुंचे, ये धूनियां चो उठ के ते नदी ऊपर पैदल ही तुरना शुरू कर देता। ये तपस्वी, इतनी स्थितियां इस कोल है सन। पानी ऊपर तुरना शुरू कर देता है। तुर के जो बेड़ी दे कोल आंदा है, सिखां नूं एक तंज कसदा है, ताना कसदा है सिखां नूं की तुसी गुरु गोबिंद सिंह नूं गुरु मनदे हो? मनदे हो। ये संसार भव सागर पार कराएगा? कराएगा। छोटी जी नदी तो पार करा नहीं सकता, की भव सागर पार कराएगा? तंज कसदे। कहना मैनू देखो, मैनू कोई बेड़ी की लोड़ नहीं, मैं तुर रहा आराम नाल। ए गुरु छोटी जी नदी नहीं पार करा सकता ते भव सागर किवें तराएगा तुहानू? बेवकूफी कर रहे हो उसके पीछे लग के। ते फिर मैं कहां जिधर साडियां सियाणपां चतुराइयां खत्म होंदियां उधर उसका ज्ञान शुरू होता है। मेरे वर्गे कच्चे पिल्ले सिद्ध डोल गए, वाकई ये तो नदी नहीं पार करा सकते, ये भव सागर किवें पार करांगे? बेड़ी किनारे लगती है, सिंह उतरते हैं, नाल ही वो भी पैदल तुरिया आंदा पानी दे, वो भी नाल खड़ा हो जाता है तट ते। गुरु साहब उसको सवाल पूछ लेते, भाई तू पानी ते तुर लेंदा, बड़ी शक्ति है तेरे विच, वाह कमाल, दसेगा कितना समा तेनू लग्या सिद्धि हासिल करने लई? 12 साल दस्या ते सी उन्हें। 12 साल जीवन दे 12 साल मैं तपस्या कीती ते मैनू एक सिद्धि मिली कि मैं पानी ऊपर तुर सकदा। गुरु साहब जेब टंडोलते, अपनी जेब विच हथ पांदे, ते जिसने पार कराई हुंदी है बेड़ी उसनू पूछ लेंदे, भाई तू बेड़ी पार कराई है, कितने पैसे हो गए? कहंदा 2 रुपए। कटते 2 रुपए ते उसे हाथ विच रखदे, साधु नू कहंदे तेरी 12 साल दी मेहनत दी कीमत केवल 2 रुपए। मैं अपने जीवन दे 12 साल घट तो घट 2 रुपए लिए व्यर्थ नहीं करता। जेड़े कच्चे पिल्ले सिक्ख्या दा विश्वास डोल गया सी, अज वो भी दृढ़ हो जाता है। क्यों? साडियां चतुराइयां सियाणपां जिथे खत्म हो रही हैं, गुरु दा ज्ञान उथे शुरू हो गया। तेरी 12 साल दी कीमत ने तेनू एक सिद्धि दिलवाई। मेरे सिखां दे पिछे रिद्धियां सिद्धियां डुलदियां फिरदियां, देखते भी नहीं। जे नहीं यकीन ते पढ़ लो गुरु अमरदास जी दा वाक, ब्रह्म बिंदै तिसदा ब्रह्मत रहै, एक शब्द लिव लाए, 9 निधियां 18 सिद्धि पिछे लगियां फिर हैं। पर किस दे पिछे? जो हर हृदय सदा वसाए। धूनियां विच ना बैठे, बोले वाहिगुरु ते हो जाए वाहिगुरु दा रूप, आए गुरुद्वारे ते हो जाए गुरुद्वारा। मैं फिर पंक्ति दोहरा दिया, गुरुद्वारे होए। तुसी पढ़दे हो किधरे गलती तो नहीं लग रही? गुरुद्वारे आए ते नहीं लिखिया, गुरुद्वारे आए सोची पाए सी लिखे, गुरुद्वारे होए, यानी असि कुछ गलत कर रहे हैं, असि सिर्फ गुरुद्वारे आ रहे हैं। गुरु साहब कहते गुरुद्वारे आया बंदा इस तरह होवे कि जो सड़क ते तुर रहे होवे ते लोकी ए ना कहन बंदा तुर रहे, कहन गुरु ही तुर रहे, ये गुरुद्वारा ही तुर रहे। वो गुरुद्वारा हो जाए, आवे ते गुरुद्वारा हो जाए, गुरुद्वारे होए सोची पाए सी। गुरु वर्गा हो जाए, दोबारा कोई कह ना सके, पता ना चल सके कि सिख केड़ा है ते गुरु केड़ा है। राम कबीरा एक भये हैं, कोई ना सके पछानी। फिर तो एक हो जाए, अब तो जाए चढ़े सिंहासन मिले हैं सारंग पानी। गुरु साहब भी खालसा ऐसे ही बना रहे, खालसा मेरो रूप है खास, खालसे मैं हों करो निवास। पर खालसा कदों है?
परम भेख ते रहै न्यारा, सो खालस सतगुरु हमारा। जब ए गहै विप्रन की रीत, मैं ना करूं इनकी प्रतीत। ए खालसा उदों तक खालसा है जदों तक न्यारा है, परम भेख तो शक तो न्यारा है। हुण फिर मुआफी मंग लवां, गुरुद्वारे भी आवां मुरादां लैके ते कबरां ते भी चले जावां ओही मुरादां लैके। गुरु दे वजीर ग्रंथी सिंह तो अरदास भी करा लवां, इच्छावां पूरियां होण दियां, ते मन भी लवां कि इच्छा पूरक सर्व सुख दाता हर, जां कै बस है। ਇਹ ਵੀ ਕਹੀ ਜਾਵਾਂ ਤੇ ਨਾਲ ਧਾਗੇ ਤੇ ਤਵੀਜ਼ ਵਾਲੇ ਬਾਬੇ ਕੋਲ ਵੀ ਚਲੇ ਜਾਵਾਂ। ਇਹ ਵੀ ਗੁਰਦੁਆਰੇ ਆ ਕੇ ਪੜ ਲਵਾਂ, ਛੋੜੈ ਅੰਨ ਕਰੇ ਪਖੰਡ, ਨਾ ਸੁਹਾਗਨ ਨਾ ਉਹ ਰੰਡ, ਤੇ ਜਾਵਾਂ ਤੇ ਸ਼ਿਵਰਾਤਰੀ ਤੇ ਕਰਵਾ ਚੌਥ ਦੇ ਵਰਤ ਵੀ ਰੱਖ ਲਵਾਂ। ਇਹ ਪੜ ਲਵਾਂ कि सोचै सोच ना हो गई, जे सोची लखवार, ते ये भी सोच लवां कि केवल इशनान करन नाल सारा कुछ निबड़ जाएगा। फिर मैं कहां ये भी कह दवां कि गुरुद्वारे चों सारा कुछ मिल रहा है, गुरुद्वारे भी आ जावां, फिर किसी डेरे च भी चले जावां, उस बाबे तो भी लै लवां, फलाने संत तो भी लै लवां, फलाने मंत तो भी लै लवां, ते मुआफ करना उन्हें पैर दो बेड़ियां विच, एक शरदा दी ते दूसरी शक दी। शरदा दी बेड़ी है चप्पू मारना, बेड़ी विच बैठ के चप्पू मारना। एक शराबी सी, दृष्टांत देवां गल ज्यादा पकड़ विच आएगी, सारी रात बेड़ी नूं चप्पू मारदा रहा कि मैं नदी पार कर जावां, सारी रात चप्पू मारदा। सवेरे उठता है, शरीर सारा दर्द, मोढे लै जाते हैं, बावां च नील पै गए, सारी रात की थकान। हुण सोचदा चलो किनारे ते पहुंच गया होवांगा, अखां खोलदा उत्थे दा उत्थे, हैरान हुंदा कारण की बनिया, मैं ते सारी रात चप्पू मारिया। पिछे नजर करके देखदा सारी रात चप्पू ते मारिया पर वो बेड़ी दा रस्सा ही कोई नहीं खोलिया। दसो तुसी कि उसने मेहनत नहीं की है, सारी रात मारे चप्पू, हाथों में लासां भी पै गई, नील भी पै गई, शरीर भी टुट चुका है, पर उसकी मेहनत को रंग क्यों नहीं लग्या? पिछे रस्सा बनिया सी। गुरुद्वारे असीं आ रहे हाँ, नितनेम कर रहे हाँ, बाणी पढ़ रहे हाँ, फिर मैं बाहर जाके पार्लर भी जा रहा हाँ, केस भी कटा रहा हाँ, केस रंगा भी रहा हाँ, यानी पिछला रस्सा दे हुण तक मैं खोलिया कोई, चप्पू मारी जा रहे, नितनेम भी करी जा रहे, वध तो वध कर रहे, पर उस नितनेम करने च ना मेरी श्रद्धा है ना मेरी खुशी है, बद्धा चट्टी करी जा रहे। फिर गुरबाणी दा वाक सानू दसेगा, बद्धा चट्टी जो भरे ना गुण ना उपकार, इस विच कोई गुण दी गल नहीं। गुरु साहब फिर असी गल ते आ जाइए, तो तुसी सिखां दा मुल बड़ा थोड़ा पाया है, अज नितनेम ना करदे सारे सिंह शहीद करवा दिते। गुरु साहब मुस्कुरा के पूछते हैं, भाई दया सिंह दसोगे किन्ने सिंह बच गए? गुरु साहब तुसी साहिबजादियां नूं जे छोड़ दईए ते 250 सिंह बचे, पर 250 जिहड़ा है सी सारा ही शहीद हो गया, एक भी नहीं बचा। हुण गुरु साहब हाथ बन लेंदे, क्यों हाथ बनदे? क्योंकि गुरु साहब ने क्या होया, सो खालस सतगुरु हमारा, जिन्हां नूं अमृत दी दात दित्ती है, गोडियां भार बह के उन्हां तों ही अमृत दी दात लई है। ते पंजां सिंघां दे अगे गुरु साहब हाथ बन के खलो जांदे कि सिंह साहब जी, ये जिहड़े 250 बच गए ना, मैं बच गया, मातावां बच गई हैं, साहिबजादे बच गए ने, जे अज नितनेम ना करदे, तुसी आपे सोचो, 9,500 सिंघां नूं इन्हां ने मिंटां च मलिया मेट कर दिता, 3 घंटे की जंग लगी रही, टिक के असीं बैठ रहे, तां भी 250 बच गए। वो किवें? किहड़ी कला वरती सी? दया सिंह जी, ये जिहड़े 250 बच गए ने, जे मैं रह गया, मातावां बजुर्ग ते साहिबजादे जिंदा ने, ते ये केवल नित
जे अज नितनेम ना हुंदा ते ये 250 भी नहीं सन रहने, साहिबजादे भी नहीं सन रहने, मातावां भी नहीं सन रहनियां। ते हिम्मत करके मैं कह दवां, हो सकता मैं भी पंथ दे लेखे लग जाता। फिर दया सिंह एकदम शरदा विच आंदे, गुरु साहब गलती हो गई। इस तो बाद गुरु साहब सरसा पार करते हैं, परिवार 3 हिस्सियां च खिंड जाता है। भाई मनी सिंह होरां नाल माता सुंदर कौर, माता साहिब देवा दिल्ली वालों रुक कर लेंदे हैं। गुरु साहब रोपड़ वालों चले जाते हैं। साहिबजादा अजीत सिंह, साहिबजादा जुझार सिंह, 5 प्यारे ते बाकी सिंघां नाल ते वड्डी दादी मां माता गुजर कौर, छोटे साहिबजादे जोरावर सिंह, साहिबजादा फतेह सिंह नाल, गंगू ब्राह्मण नाल पिंड सहेड़ी चले जाते हैं। कुम्मा माशके दी चुकी 3 परिवारां विच अज परिवार खिंड चुकिया है। सरसा दे कंढे 250 सिंह निकलिया। फिर मैं कह दूंगा 250 सिंह निकलिया ते पहुंचा कितना चमकौर विच? केवल 40 सिंह, यानी 200 सिंह रस्ते विच ही शहीद हो चुके। सरसा विच अद्धे रुड़ चुके हैं। धार्मिक ग्रंथ गुरु साहब दा विद्या सागर नाम दा 9 मण दा ग्रंथ सी, वो सारा रुड़ चुका है। दसम ग्रंथ दी कई बीड़ा रुड़ चुकी हैं। कई कीमती साहित्य गुरु साहब ने अपने हथी पेन डाउन किया पाउंटा साहिब, सारा रुड़ चुके सरसा के किनारे। और कमाल दी गल, गुरु साहब अपने अपनी सारी दौलत लुटा दी है। पता है कितना पैसा सी उस वक्त गुरु साहब को? 100 रुपए के पीछे मैं देखते हैं झगड़े कर लेंगे, धर्म तो विश्वास डोल जाता है। 9 करोड़ रुपया सी उस वक्त गुरु साहब को, 9 करोड़ रुपया। उस वक्त की गल कर रहे हैं जो 5 रुपए में पिंड खरीदा जा सकता सी। 9 करोड़ रुपया सी गुरु साहब को, सारा ही सरसा भी डोल देते। माता जी कहते हैं गुरु साहब थोड़ा बचा लेते, गरीब सिंघां नूं काम आ जाता। माता जी सिंह ही कोई नहीं रहेगा, काम किसदे आने। आज तक जिस दौलत ने माता जी किसी नूं सुख नहीं दिता, ये अगे भी किसी नूं सुख नहीं दे सकती। बचपन में ही दस दिता सी, सोने का कड़ा ला के सुट दिता सी। माता जी पुछदे किथे सुटिया, दूसरा भी लांदे ते कहंदे माता जी ओ सुटिया सी, उत्थे सुटिया सी। परम भेखते रहै न्यारा, सो खालस सतगुरु हमारा। कल असीं वड्डे साहिबजादे दी शहादत चमकौर दा इतिहास साझा करांगे ते परसों छोटे साहिबजादे दी शहादत। पर फिर मैं कहां, जे गुरुद्वारे आके, जे गुरु दे कोल बैठ के मेरे दुख पाप कलेश दर्द चिंता संताप नहीं उतरे ते मैनू गुरु कोल बैठना आया ही। रोज पढ़ रहे हैं, की पढ़ रहे हैं? आनंद सुनो वडभागी हो, सगल मनोरथ पूरे, पार ब्रह्म प्रभ पाया, उतरे सगल विसूरे। अगली पंक्ति पढ़ोगे तो बड़े सुचेत हो जाना, जिम्मेवारी सारे अपनी अपनी लेके जाना। दुख रोग संताप उतरे, सुनी सच्ची। फिर मैं कहा दोबारा पंक्ति बोली है, दुख रोग संताप उतरे किवें? सुनी सच्ची। आज तक की उम्र में तुसी की कहते हो असीं बाणी नहीं सुनी होनी। ते जे बाणी सुन लई है कि दुख रोग नहीं मिटे, जे नहीं मिटे ते सानू बाणी सुननी आई नहीं। ये बाणी किवें सुननी सी? हुक्म मनिया होवे प्रमाण तां खसमै का महल पाए सी। हुक्म मनिया, सुनिया मनिया, मन कीता पाओ, अंतरगत तीरथ मल। पर असी सोचा केवल पानी का इशनान सवार देवेगा। सोच करे दिनस और रात मन की मैल ना तन देगा। मैं सोचदा अज तक जितने शहीद सिख पंथ विच होए, कदी असी सुनिया कोई डोल गया होवे, किसी ने दहाड़ मारी होवे, कोई रो पिया होवे, किसी ने क्या होवे मैनू बख्श दो, आज तक नहीं सुनिया। क्यों?
क्योंकि उन्होंने दुख रोग और संताप उतर चुके सन। क्यों उतरे सन? वो बाणी सुन चुके सन। ते मुआफ करना असी बाणी नहीं सुनी ते साडे दुख रोग ते संताप नहीं उतर सकते। अक्सर मैं लोकां नूं कुरलांदियां रोंदियां धोंदियां देखिया कोठियां च बैठ कीमती गड्डियां च बैठे महंगियां पोशाकां पाए मैं रोंदे देखिया, पर मैं किते नहीं देखिया मती दास दे सिर ते चल रहा होवे आरा ते उन्हां दे आ गया उन्हां थरू। मैं किते नहीं सुनिया कि सती दास नूं रूम विच साड़ दिता होवे ते सती दास ने क्या होवे हाय सेक। मैं किते नहीं सुनिया रेजा रेजा हो गया होवे दयाला जी दा मांस उबलदी देग विच ते उन्हां ने कह दित्या होवे हाय पीड़। हद ते इत्थे हो गई, भाई मनी सिंह दा बंद बंद कट्टण दा हुक्म निकलिया, छुरा कलाई ते मारन लगा जल्लाद। मनी सिंह रोक दिंदे। जल्लाद कहंदा पहले ही तैनूं कह रहा सी, पहले ही काबू आ जा। मौत सुन लेनी ते मौत हंडा लेनी विच बड़ा फर्क है। तो सुन लिया बंद बंद कट्टण होएगा, हुण लगे डर छुरा चलण लगा सी। मनी सिंह मुस्कुराउंदे 95 साल उम्र है, 95 साल। कहते मैं छुरा इस करके नहीं रुकवाया कि मैं डर गया जल्लाद, मैं छुरा इस करके रखवाया कि तू सुचेत हो जा। मैं तो सुचेत हां, मैनू हुक्म मिलिया बंद बंद कट, मैं कट रहा, तू सुचेत नहीं। फिर दस तेनू की हुक्म मिलिया? हुक्म मिलिया बंद बंद कट। ते जल्लाद चेते रखना भाई, तो मेरी कलाई कटन लगे बंद ते पोटे तो शुरू होता इधरों कट। मैं ये सुचेत कर छुरा छुट गया सी हैं। इतनी दृढ़ता, 95 साल उम्र। कीमती कालीन विच बैठ के, कीमती सोफियां ते बैठ के, महंगियां गड्डियां विच बैठ के, आलीशान मकानां विच रह के साडे मूंहों हाय 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 दुख वे कलेश वे चिंता निकल रहा है। आरे दे थल्ले बैठ के नीहां विच चिण के, जंग दे मैदान विच खेरू खेरू होके, शरीर रेजा रेजा होके वो की कह रहे तेरा किया मीठा लागे हर नाम पदारथ नानक मांगे। अज आनंदपुर दे किले छोड़न दे इतिहास तो एक गल असी पल्ले बन के घर लैके जाइए कि 10 लाख दा हजूम होवे, मार काट पई होवे, केवल 250 सिंह भी होण तां भी नितनेम छड्या नहीं जा सकता। फिर कह दो 10 लाख दा हजूम होवे, मार काट पई होवे, खून दे प्यासे होण, तोपां चलदियां होण, गोलियां चलदियां होण, तीर नेजे बरछे चलदे होण, हाहाकार मचिया होवे, ऐसे समय विच भी नितनेम छड्या नहीं जा सकता। मुआफ करना कीमती गद्दियां ते सो के, महंगी रजाइयां ऊपर लैके, 36 पकवान खा के जे मैं अमृत वेले सुता होया ते मैं गुरु गोबिंद सिंह दा सिख कहलाण दा ते अधिकारी नहीं, उक्का ही नहीं, बिल्कुल भी नहीं। मैनू इस तरह दा जापदा है पहले 9 गुरु अध्यापक सन जिन्हां ने सबक पढ़ाया, विच विच यूनिट टेस्ट भी लेंदे रहे। ये मैं क्यों एग्जांपल दे रहा किते हो जो मैं भी अध्यापक हां, बच्चों के यूनिट टेस्ट भी होंदे, हाफ ईयरलीज भी होंदे, टर्मिनल्स भी होंदे, रिजल्ट मिलता है एनुअल एग्जाम में, फाइनल एग्जाम। यूनिट टेस्ट होंदा आधे घंटे दा, 40 मिनट दा, 1 घंटे दा, फाइनल एग्जाम होंदा 3 घंटे दा। मैं सोचदा पहले 9 गुरु छोटे छोटे टेस्ट लेंदे रहे, सबक पढ़ाते रहे कि सिक्खी ये है, हुक्म इस तरह मनना है, दरगाह विच इस तरह प्रवान होना है, वाहिगुरू नूं इस तरह मिलना है। तो मैं सोचदा 10वां गुरु एग्जामिनर आया सी। पहले 9 गुरु टीचर सन ते 10वां गुरु एग्जामिनर आया। इन्हां नूं पता सी कि हुण शरीर करके कोई गुरु नहीं रहेगा, असी रोज दोहरे विच पढ़ांगे आज्ञा पई अकाल की तबे चलायो पंथ, सब सिखन को हुक्म है गुरु मान्यो। अगली पंक्ति पढ़िए तो हैरान हो जाएंगे। गुरु ग्रंथ जी मान्यो प्रगट गुरां की दे।
10 ਗੁਰੂਆਂ ਦਾ ਸ਼ਰੀਰ ਹੈ। ਕਲਗੀਧਰ ਨੂੰ ਪਤਾ ਸੀ ਕਿ ਅੱਗੇ ਮੈਂ ਨਹੀਂ ਰਹਿਣਾ, ਸ਼ਰੀਰ ਗੁਰੂ ਨਹੀਂ ਹੋਣਗੇ, ਇਹਨਾਂ ਨੂੰ ਅੱਜ ਹੀ ਫਾਈਨਲ ਐਗਜ਼ਾਮ ਦੇ ਕੇ ਭੇਜਾਂ ਕਿ ਦੇਖਾਂ ਰਣ ਤੱਤਾ ਹੋਵੇ ਤੇ ਤੂੰ ਨਿਤਨੇਮ ਛੱਡਦਾ ਹੈ ਕਿ ਨਹੀਂ। ਤੇ ਉਹਨਾਂ ਨੇ ਆਪ ਕਰਕੇ ਦਿਖਾਇਆ, ਆਰਡਰ ਨਹੀਂ ਕੀਤਾ ਸਾਨੂੰ। ਮੈਂ ਦੇਖਿਆ ਬੜੇ ਧਾਰਮਿਕ ਪੈਗੰਬਰ ਹੋਏ, ਸਾਰਿਆਂ ਨੇ ਹੁਕਮ ਕੀਤਾ ਇਹ ਕਰੋ, ਉਹ ਕਰੋ, ਇਹ ਕਰੋ। 10 ਗੁਰੂ ਹੋਏ, ਕਿਸੇ ਨੇ ਵੀ ਨਹੀਂ ਕਿਹਾ ਇਹ ਕਰੋ, ਉਹ ਕਰੋ। ਸਾਰਿਆਂ ਨੇ ਕਿਹਾ ਆਓ ਕਰੀਏ, ਆਓ ਸੰਗਤ ਵਿੱਚ ਜੁੜੀਏ, ਆਪ ਬੈਠੀਏ। ਆਪ ਬੈਠੇ। ਮੈਂ ਸੁਣਿਆ ਸੀ ਕਿਸੇ ਨੂੰ ਤਰਨਾ ਸਿਖਾਣਾ ਹੋਵੇ ਤੇ ਤਰਨਾ ਪੈਂਦਾ ਹੈ, ਤਰ ਕੇ ਦਿਖਾਣਾ ਪੈਂਦਾ ਹੈ। ਸਵਿਮਿੰਗ ਸਿਖਾਣੀ ਹੈ ਕਿਸੇ ਨੂੰ ਤੇ ਤਰ ਕੇ ਦਿਖਾਣਾ ਪਏਗਾ। ਬਾ ਕਮਾਲ ਸਾਡੇ ਗੁਰੂ ਨੇ ਕਹਿ ਦਿੱਤਾ ਕਿ ਪਹਿਲਾਂ ਮਰਨ ਕਬੂਲ, ਜੀਵਨ ਕੀ ਛੜਿਆਸ। ਗੁਰੂਆਂ ਨੂੰ ਪਤਾ ਸੀ ਤਰਨਾ ਸਿਖਾਣਾ ਤੇ ਤਰ ਕੇ ਦਿਖਾਣਾ ਪਏਗਾ। ਇਹਨਾਂ ਨੂੰ ਮਰਨਾ ਸਿਖਾਣਾ ਤੇ ਮਰ ਕੇ ਵੀ ਦਿਖਾਣਾ ਪਏਗਾ। ਇਹਨਾਂ ਨੂੰ ਦੱਸਣਾ ਪਏਗਾ ਇਵੇਂ ਮਰਦੇ ਆ, ਜੁਰਤ ਨਾਲ। ਜਦੋਂ ਰਜਾਈਆਂ ਨਾ ਵੀ ਹੋਣ, ਪੁੰਜੇ ਵੀ ਲੇਟਣਾ ਹੋਵੇ, ਢੀਮ ਦਾ ਸਿਰਾਣਾ ਹੋਵੇ, ਪੈਰਾਂ 'ਚ ਨੀਲ ਵੀ ਪਏ ਹੋਣ, ਮਾਲ ਅਸਬਾਬ ਵੀ ਕੋਈ ਨਾ ਹੋਵੇ, ਤਾਂ ਵੀ ਮੂੰਹੋਂ ਇਹ ਕਹਿਣਾ ਕਿ ਤੁਧ ਬਿਨ ਰੋਗ ਰਜਾਈਆਂ ਦਾ ਓਡਣ, ਨਾਗ ਨਿਵਾਸਾਂ ਦੇ ਰਹਿਣਾ। ਕਮਾਲ ਦਾ ਸ਼ਬਦ ਗੁਰੂ ਸਾਹਿਬ ਕਹਿੰਦੇ ਨੇ, ਮਿੱਤਰ ਪਿਆਰੇ। ਕਰੋੜਪਤੀ ਕੋਈ ਬੰਦਾ ਹੋਵੇ ਨਾ, ਕਰੋੜਪਤੀ, ਲੱਖ ਇੱਕ ਰੁਪਇਆ ਹੀ ਘਾਟਾ ਖਾ ਜਾਏ ਤੇ ਰੱਬ ਤੋਂ ਇਵੇਂ ਵਿਸ਼ਵਾਸ ਉੱਠਦਾ ਜਿਵੇਂ ਖੋਤੇ ਦੇ ਸਿਰ ਤੋਂ ਸਿੰਘ। ਆਮ ਕਹਾਵਤ। ਕਲਗੀਧਰ ਹੋਰਾਂ ਨੇ ਇਤਨੀ ਐਸ਼ ਦੇਖੀ ਹੈ, ਇਤਨਾ ਧਨ ਦੌਲਤ ਦੇਖਿਆ ਹੈ, ਪਰ ਜਦੋਂ ਮਾਛੀਵਾੜੇ ਜੰਗਲ ਵਿੱਚ ਨੇ ਤੇ ਪੈਰਾਂ ਵਿੱਚ ਜੁੱਤੀ ਵੀ ਕੋਈ ਨਹੀਂ। ਮੈਂ ਦੇਖਿਆ ਲੱਖ ਰੁਪਏ ਕਰਕੇ ਤੇ ਅਸੀਂ ਗੁਰੂ ਤੋਂ ਬੇਮੁਖ ਹੋ ਸਕਦੇ ਹਾਂ, ਸਾਰਾ ਕੁਝ ਲੁਟਾ ਕੇ ਵੀ ਉਹ ਕਹਿ ਰਹੇ ਮਿੱਤਰ ਪਿਆਰੇ ਨੂੰ। ਹਾਲ ਮੁਰੀਦਾਂ ਦਾ ਕਹਿਣਾ ਕਿ ਤੂੰ ਹੀ ਤਾਂ ਮੇਰਾ ਮਿੱਤਰ ਹੈ। ਸੋ ਅੱਜ ਦੇ ਇਸ ਇਤਿਹਾਸ ਤੋਂ ਅਸੀਂ ਘਰ ਇਹ ਬਣ ਕੇ ਲੈ ਜਾਈਏ ਕਿ 10 ਲੱਖ ਦਾ ਹਜ਼ੂਮ ਵੀ ਹੋਵੇ, ਮਾਰ ਕਾਟ ਵੀ ਪਈ ਹੋਵੇ, ਖੂਨ ਦੇ ਪਿਆਸੇ ਵੀ ਪਿੱਛੇ ਦੌੜ ਰਹੇ ਹੋਣ, 4 ਲੜਕੇ ਵੀ ਚਲੇ ਜਾਣ, 7 ਸਾਲ ਔਰ 9 ਸਾਲ ਦੇ, 85 ਸਾਲ ਦੀ ਮਾਤਾ ਵੀ ਚਲੀ ਜਾਵੇ, ਪਿਤਾ ਪਹਿਲੇ ਸ਼ਹੀਦ ਕਰਾ ਦੇਵਾਂ, ਤਾਂ ਵੀ ਮੈਂ ਨਿਤਨੇਮ ਕਿਸੇ ਵੀ ਕੀਮਤ ਨੂੰ ਛੱਡ ਨਹੀਂ ਸਕਦਾ। ਤੇ ਜੇ ਨਿਤਨੇਮ ਛੱਡਿਆ ਗਿਆ ਤੇ ਮੈਂ ਇਹ ਕਹਿਲਾਣ ਦਾ ਅਧਿਕਾਰੀ ਨਹੀਂ ਕਿ ਮੈਂ ਗੁਰੂ ਦਾ ਸਿੱਖ। ਫਿਰ ਮੈਂ ਬੰਦਿਆਂ ਦਾ ਸਿੱਖ ਤੇ ਹੋ ਸਕਦਾ, ਪਰ ਗੁਰੂ ਦਾ ਸਿੱਖ। ਜਿਹੜਾ ਵੀ ਇਤਿਹਾਸ 1469 ਤੋਂ ਲੈ ਕੇ 1708 ਤੱਕ ਵਾਪਰਿਆ, 239 ਸਾਲ ਦਾ 10 ਗੁਰੂਆਂ ਦਾ ਸਫ਼ਰ, ਮੈਨੂੰ ਲੱਗਦਾ ਕੇਵਲ ਇੱਕੋ ਗੱਲ ਉਹਨਾਂ ਨੇ ਸਮਝਾਈ ਸਾਨੂੰ, ਕਿਵ ਸਚਿਆਰਾ ਹੋਈਐ ਕਿਵ ਕੂੜਾ ਟੁੱਟੈ ਪਾਲ। ਕਿ ਤੂੰ ਸਚਿਆਰ ਕਿਵੇਂ ਹੋਵੇਗਾ, ਤੇਰੇ ਅੰਦਰੋਂ ਹੰਕਾਰ ਦੀ ਦੀਵਾਰ ਕਿਵੇਂ ਟੁੱਟੇਗੀ। ਤਵੇ ਤੇ ਵੀ ਬੈਠ ਕੇ ਸਮਝਾ ਦਿੱਤਾ, ਇੱਟਾਂ ਵਿੱਚ ਚਿਣ ਕੇ ਵੀ ਸਮਝਾ ਦਿੱਤਾ, ਆਰੇ ਥੱਲੇ ਰਹਿ ਕੇ ਵੀ ਸਮਝਾ ਦਿੱਤਾ, ਰੂਹਾਂ ਵਿੱਚ ਸੜ ਕੇ ਵੀ ਸਮਝਾ ਦਿੱਤਾ, ਦੇਗ ਵਿੱਚ ਉਬਲ ਕੇ ਵੀ ਸਮਝਾ ਦਿੱਤਾ, 10 ਲੱਖ ਦੇ ਇਕੱਠ ਵਿੱਚ ਰਹਿ ਕੇ ਵੀ ਸਮਝਾ ਦਿੱਤਾ ਕਿ ਆਪਣਾ ਮਕਸਦ ਨਾ। ਫਿਰ ਜਦੋਂ ਗੱਲ ਸ਼ੁਰੂ ਕੀਤੀ ਸੀ ਉਧਰ ਹੀ ਗੱਲ ਆ ਕੇ ਸਮਾਪਤੀ ਕਰੀਏ। ਮਕਸਦ ਇਨਸਾਨ ਜਨਮ ਦਾ ਕੇਵਲ ਇੱਕ ਸੀ, ਗੁਰ ਸੇਵਾ ਤੇ ਭਗਤ ਕਮਾਈ। ਤਬ ਇਹ ਮਾਨਸ ਦੇਹੀ ਪਾਈ, ਇਸ ਦੇਹੀ ਕੋ ਸਿਮਰੈ ਦੇਵ, ਤੇ ਕਰਨਾ ਕੀ ਹੈ ਸੋ ਦੇਹੀ ਭਜ ਹਰ ਕੀ ਸੇਵ। ਅਵਰ ਕਾਜ ਤੇਰਾ ਕਿਤਾ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ। ਕੇਵਲ ਦੇ ਅਰਥ ਕੀ ਹੁੰਦੇ? ਸਿਰਫ, ਓਨਲੀ। ਹੋਰ ਕੋਈ ਕੰਮ ਤੇਰੇ ਲੇਖੇ ਨਹੀਂ, ਕੇਵਲ ਵਾਹਿਗੁਰੂ ਦਾ ਨਾਮ ਜਪਣਾ ਤੇ ਨਾਮ ਜਪਾਣਾ ਹੀ ਤੇਰੇ ਲੇਖੇ ਹੈ। ਆਓ 2 ਮਿੰਟ ਸਿਮਰਨ ਕਰੀਏ, ਚੇਤੇ ਰੱਖੀਏ ਕਿ ਜੀਵਨ ਦਾ ਮਨੋਰਥ ਕੀ ਹੈ। ਸ਼ਹੀਦੀ ਦਿਹਾੜੇ ਮਨਾਏ ਤਾਂ ਹੀ ਸਫਲ ਹੋਣਗੇ, ਗੁਰਪੁਰਬ ਮਨਾਏ ਵੀ ਸਫਲ ਨੇ, ਪਰ ਸ਼ਹੀਦੀ ਦਿਹਾੜੇ ਵਿੱਚ ਸਾਡਾ ਦਿਲ ਵਲੂੰਦ ਰਿਹਾ ਹੁੰਦਾ ਹੈ, ਛੋਟੇ ਬੱਚਿਆਂ ਦੀ ਸ਼ਹਾਦਤ ਯਾਦ ਆਉਂਦੀ ਹੈ। ਫਿਰ ਇਸ ਨੂੰ ਢਹਿੰਦੀ ਕਲਾ ਵਿੱਚ ਨਾ ਲੈ ਕੇ ਜਾਈਏ, ਇਸ ਨੂੰ ਇਹ ਸੋਚੀਏ ਕਿ ਦੁੱਖ ਦਾਰੂ ਸੁਖ ਰੋਗ ਹੈ,
ਇਹ ਦੁੱਖ ਸਾਡੇ ਲਈ ਦਵਾ ਬਣ ਕੇ ਆਇਆ ਹੈ। ਇਹ ਸ਼ਹੀਦੀ ਪੰਦਰਵਾੜਾ ਸਾਡੇ ਲਈ ਦਵਾ ਬਣ ਕੇ ਆਇਆ ਹੈ। ਇਸ 15 ਦਿਨਾਂ ਵਿੱਚ, ਇਸ ਪੰਦਰਵਾੜੇ ਵਿੱਚ, ਇਸ ਸ਼ਹੀਦੀ ਹਫ਼ਤੇ ਵਿੱਚ ਅਸੀਂ ਆਪਣੇ ਮਨਾਂ ਨੂੰ ਮਜ਼ਬੂਤ ਬਣਾਈਏ, ਪ੍ਰਣ ਕਰੀਏ, ਕੋਸ਼ਿਸ਼ ਕਰੀਏ ਕਿ ਮੈਂ ਘੱਟ ਤੋਂ ਘੱਟ ਨਿਤਨੇਮ ਤੇ ਅੱਜ ਤੋਂ ਬਾਅਦ ਨਹੀਂ ਛੱਡਣਾ। आओ थोड़ी देर सिमरन करिए तो मैं उम्मीद करदा सी आखिरी दम तक करते रहिए, तां कह सकते हैं लोग सुखिए पर लोग सुखे। नानक हर प्रभात। वाहेगुरु 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 गुर को बल बल जाइए से गुर को बल बल जाइए गुर को गुर को बल बल जाइए से गुर को बल बल जाइए गुर को आप मुकत मोहितारे आप मुकत मोहितारे वाहेगुरु 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 सो कोशिश करिए इस जीवन ਨੂੰ सफल ਕਰਨ ਲਈ ਨਿਤਨੇਮ ਨਾਲ जुड़ जाइए। एक बेड़ी विच ऐसा पैर रखिए कि दूसरे विच रखण दा चेता ही ना आवे। चप्पू मारिए जरूर पर पिछों रस्सा खोल के। विश्वास टिके ते केवल एक ते, फिर किसे होर दे दर ते ना जाइए मंगण, क्योंकि सब ते इच्छा पूरियां जां पाया अगम अपारा। इस गुरुद्वारे विच मैनू आप जी ने पहली बार सदिया, पर मैनू इस तरह लगता नहीं कि मैं पहली बार आया। कई सालों का मेरा इस गुरुद्वारे नाल नाता है। जिन्होंने प्रोग्राम बुक कराया मैं उन्होंने कहा मैं संगत विच दस दवांगा। इस गुरुद्वारे विच साडे पुरखां दी यादगारां जुड़ियां। वो किवें? मेरी नानी जी 40-50 साल पहला इस गुरुद्वारे में सेवा निभाते सन, कैशियर दी। मैं उन्होंने नाल भी गल की थी तो कहते हाँ मैं कई साल तकरीबन 4-5 साल इतनी सेवा निभा चुकी हूँ। मैं बड़ा शुक्रगुजार हाँ और पुरखां दी जड़ा मैनू फिर इत्थे खिंच के आईयां। कोशिश करिए वध तो वध नाम जपिए, नितनेम दे धार्मी ते जरूर बन जाइए। गुरपुरब मनाए, शहीदी जोड़ मेले मनाए, तां ही सफल होंगे। ते शहीदियां मना रहे हैं साहिबजादियां दियां, मैनू साहिबजादे दिखते कोई नहीं, बच्चे दिखते कोई नहीं। ते कल और परसों दी भी होर हाजरी मैं हथ बन बेनती करा, घरों बच्चों को खिंच के ही ले आइए, उन्होंने समझा दईए कि 7, 9, 14 ते 17 साल के शहीद हो गए साडे लिए, ते असीं गुरुद्वारे भी आना साडे लिए पॉसिबल नहीं हो रहा। बच्चों को नाल लैके आइए, संगत करिए,
एक YouTube ਦਾ ਚੈਨਲ G for Gratitude ਹੈ। ਉਸ ਵਿੱਚ ਅਸੀਂ ਗੁਰ ਇਤਿਹਾਸ ਦੀਆਂ ਛੋਟੀ ਛੋਟੀ ਸਾਖੀਆਂ, ਕੁਝ ਸਟੋਰੀਜ਼ ਪਾਈਆਂ। ਉਹ ਚੈਨਲ ਨਾਲ ਵੀ ਬੱਚਿਆਂ ਨੂੰ ਵਾਕਿਫ ਕਰਾਈਏ। ਨਾਮ ਜਪੀਏ, ਚੇਤੇ ਰੱਖੀਏ, ਭਾਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਤੇਰੀ ਬਈਆ। ਦੋ ਹਾਜ਼ਰੀਆਂ ਹੋਰ ਕੋਸ਼ਿਸ਼ ਕਰਾਂਗੇ ਇਤਿਹਾਸ ਜਿਤਨਾ आपके कदमां च रख सका। धन संत सतगुरु श्री गुरु ग्रंथ साहिब जी का कोटान कोट शुक्र, जिन्होंने आप सिर ते हाथ रख के सेवा ले ली। प्रबंधक कमेटी वीर भैनों का बहुत बहुत धन्यवाद। आओ मेरी भुल्लां गलतियां मेरे तक रखते हुए कोई विचार चंगी लगी होवे ते घर जरूर बन के ले जाइए। इत्थे समाप्ति है जी। फतेह गजाइए जी। वाहिगुरू जी का खालसा, वाहिगुरू जी की फतेह। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਾਡੇ ਸਤਿਕਾਰਯੋਗ ਭਾਈ ਸਾਹਿਬ ਭਾਈ ਗਗਨਦੀਪ ਸਿੰਘ ਜੀ ਚਰਖੇ, ਜਿਨ੍ਹਾਂ ਨੇ ਬਹੁਤ ਹੀ ਸੁਚੱਜੇ ਢੰਗ ਦੇ ਨਾਲ ਆਪ ਜੀ ਨੂੰ ਗੁਰਬਾਣੀ ਦੇ ਨਾਲ, ਗੁਰ ਇਤਿਹਾਸ ਦੇ ਨਾਲ ਜੋੜਿਆ। ਬਹੁਤ ਬਹੁਤ ਧੰਨਵਾਦ ਹੈ ਭਾਈ ਸਾਹਿਬ ਜੀ ਦਾ। ਔਰ ਬੇਨਤੀ ਹੈ ਸੰਗਤ ਨੂੰ, ਜਿਵੇਂ ਉਹਨਾਂ ਨੇ ਦੱਸਿਆ ਕਿ ਕੱਲ ਔਰ ਪਰਸੋਂ 2 ਦਿਨ ਦੀ ਹਾਜ਼ਰੀ ਭਾਈ ਸਾਹਿਬ ਦੀ ਹੋ ਰਿਹਾ ਜੀ, 8 ਤੋਂ 9 ਵਜੇ ਤੱਕ। ਔਰ ਕੱਲ ਢਾਡੀ ਜੱਥਾ ਵੀ ਆ ਰਿਹਾ ਹੈ, ਗਿਆਨੀ ਬਲਦੇਵ ਸਿੰਘ ਜੀ, ਜਿਨ੍ਹਾਂ ਦਾ ਸਮਾਂ 9 ਤੋਂ 10 ਵਜੇ ਤੱਕ ਦਾ ਹੈ। ਹੁਣ ਬੱਚੀ ਸੁਪ੍ਰੀਤ ਕੌਰ ਉਹ ਆਪ ਜੀ ਨੂੰ ਕਵਿਤਾ ਸੁਣਾਏਗੀ, ਜੋ ਕਿ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਵਿਤਾ ਉਹ ਬੱਚੀ ਸੁਪ੍ਰੀਤ ਕੌਰ ਆਪ ਜੀ ਨੂੰ ਸੁਣਾਏਗੀ। ਉਸ ਤੋਂ ਬਾਅਦ ਅਰਦਾਸ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ। ਗੁਰੂ ਕੇ ਲੰਗਰ ਤਿਆਰ ਨੇ, ਸਾਰੀਆਂ ਸੰਗਤਾਂ ਨੇ ਗੁਰੂ ਕੇ ਲੰਗਰ ਵੀ ਛਕ ਕੇ ਜਾਣੇ ਨੇ। ਔਰ ਜੋ 28 ਤਰੀਕ ਤੱਕ ਇਹ ਸਮਾਗਮ ਚੱਲਣੇ ਨੇ, ਰੋਜ਼ ਰਾਤ ਨੂੰ ਇਸ਼ਤਿਹਾਰ ਆ ਚੁੱਕੇ ਨੇ, ਆਪ ਸੰਗਤਾਂ ਪੜ੍ਹ ਸਕਦੇ ਹੋ। ਪੰਥ ਪ੍ਰਸਿੱਧ ਰਾਗੀ ਜਥੇ ਕਥਾਵਾਚਕ ਇੱਥੇ ਆਪ ਜੀ ਨੂੰ ਗੁਰਬਾਣੀ ਦੇ ਨਾਲ ਜੋੜਨ ਵਾਸਤੇ ਪਹੁੰਚ ਰਹੇ ਨੇ। ਸੋ ਆਪ ਜੀ ਨੇ ਇਸੇ ਤਰ੍ਹਾਂ ਰੋਜ਼ਾਨਾ ਪਰਿਵਾਰਾਂ ਸਹਿਤ ਹਾਜ਼ਰੀਆਂ ਭਰਨੀਆਂ। ਪੂਰੇ ਪਰਿਵਾਰ ਆਓ, ਬੱਚਿਆਂ ਨੂੰ ਲੈ ਕੇ ਆਓ, ਆਂਢੀਆਂ ਗੁਆਂਢੀਆਂ ਨੂੰ ਵੀ ਆਪ ਲੈ ਕੇ ਆਓ, ਕਿਉਂਕਿ ਜੋ ਅਸੀਂ ਸ਼ਹੀਦੀ ਪੰਦਰਵਾੜਾ ਮਨਾ ਰਹੇ ਹਾਂ, ਸਾਰੇ ਹੀ ਉਹਨਾਂ ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆਂ ਗੁਰਬਾਣੀ ਦੇ ਨਾਲ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਉਸ ਸਮੇਂ ਤੇ ਝਾਤ ਮਾਰੀਏ ਜਦੋਂ ਆਨੰਦਗੜ੍ਹ ਦਾ ਕਿਲਾ ਛੱਡ ਕੇ ਦਸ਼ਮੇਸ਼ ਪਿਤਾ 40 ਸਿੰਘਾਂ ਸਮੇਤ ਚਮਕੌਰ ਦੀ ਗੜੀ ਪੁੱਜੇ। ਮੁਗਲਾਂ ਤੇ ਪਹਾੜੀ ਰਾਜਿਆਂ ਨੇ ਲੱਖਾਂ ਦੀ ਫੌਜ ਵਿੱਚ ਚਮਕੌਰ ਦੀ ਗੜੀ ਨੂੰ ਘੇਰਾ ਪਾ ਲਿਆ ਤਾਂ ਦੁਸ਼ਮਣੀ ਫੌਜ ਦਾ ਮੁਕਾਬਲਾ ਕਰਨ ਲਈ ਪੰਜ ਸਿੰਘਾਂ ਦਾ ਜਥਾ ਮੁਕਾਬਲੇ ਤੇ ਉਤਰਿਆ। ਪਹਿਲਾ ਜਥਾ ਭਾਈ ਮਾਨ ਸਿੰਘ ਜੀ ਲੈ ਕੇ ਗਏ। ਜਦੋਂ ਉਹ 5 ਸਿੰਘ ਸ਼ਹੀਦ ਹੋ ਗਏ ਤਾਂ ਬਾਬਾ ਜੀਤ ਸਿੰਘ ਜੀ ਦਸ਼ਮ ਪਾਤਸ਼ਾਹ ਤੋਂ ਆਗਿਆ ਮੰਗੀ ਤੇ ਦੂਜਾ ਜਥਾ ਲੈ ਕੇ ਜਾਣ ਦੀ ਇੰਚ ਬੇਨਤੀ ਕਰਦੇ ਹਨ। ਗੜੀ ਚਮਕੌਰ ਵਿੱਚ ਅਜੀਤ ਨੇ ਅਰਜ਼ ਕੀਤੀ, ਹੋਈ ਹੁਣ ਤੱਕ ਬੜੀ ਇੰਤਜ਼ਾਰ ਦਾਤਾ, ਤੁਸੀਂ ਪਿਤਾ ਮੇਰੇ, ਆਪ ਦਾ ਪੁੱਤ ਹਾਂ ਮੈਂ, ਸੈਨਿਕ ਸਿੱਖ ਮੈਂ, ਤੁਸੀਂ ਸਰਦਾਰ ਦਾਤਾ। ਤੁਸੀਂ ਪਿਤਾ ਮੇਰੇ, ਆਪ ਦਾ ਪੁੱਤ ਹਾਂ ਮੈਂ, ਸੈਨਿਕ ਸਿੱਖ ਮੈਂ, ਤੁਸੀਂ ਸਰਦਾਰ ਦਾਤਾ। ਜੰਗ ਕਰਨ ਦਾ ਮੈਨੂੰ ਵੀ ਚਾਅ ਚੜਿਆ, ਹੱਥ ਦੱਸਾਂ ਮੈਂ ਰਣ ਵਿਚਕਾਰ ਦਾਤਾ। ਆਪਣੇ ਬੱਚੇ ਬਚਾ ਕੇ ਪਿਤਾ ਰੱਖੇ, ਕੱਲ ਆਖੇਗਾ ਸਾਰਾ ਸੰਸਾਰ ਦਾਤਾ। ਮੈਥੋਂ ਹੋਰ ਉਡੀਕ ਨਹੀਂ ਹੋ ਸਕਦੀ, ਕੋਈ ਆਖੇ ਨਾ ਮੈਨੂੰ ਮੁਰਦਾਰ ਦਾਤਾ। ਜੋਹਰ ਤੇਗ ਦਾ ਦਸਤਾਂਗਾ ਜੰਗ ਅੰਦਰ, ਆਪਣੇ ਬੱਚੇ ਤੇ ਕਰੋ ਇਤਬਾਰ ਦਾਤਾ।
ਜੋਹਰ ਤੇਗ ਦੇ ਦੱਸਾਂਗਾ ਜੰਗ ਅੰਦਰ, ਆਪਣੇ ਬੱਚੇ ਤੇ ਕਰੋ ਇਤਬਾਰ ਦਾਤਾ। ਪੰਜ ਸਿੰਘ ਦਸ਼ਮੇਸ਼ ਨੇ ਨਾਲ ਦੇ ਕੇ, ਪੰਜ ਸਿੰਘ ਦਸ਼ਮੇਸ਼ ਨੇ ਨਾਲ ਦੇ ਕੇ ਕੀਤਾ ਹੁਕਮ ਹਜੀਤ ਨੂੰ, ਜਾਓ ਬੇਟਾ ਮਰਦਾ ਵਾਂਗਰਾ ਵਿੱਚ ਮੈਦਾਨ ਅੰਦਰ, ਜੋਹਰ ਤੇਗ ਦੇ ਖੂਬ ਦਿਖਾਓ ਬੇਟਾ। ਚਮ ਚਮ ਚਮਕੇ ਤੇਗ ਮੈਦਾਨ ਅੰਦਰ, ਚਮ ਚਮ ਚਮਕੇ ਤੇਗ ਮੈਦਾਨ ਅੰਦਰ, ਤਰਥੱਲੀ ਜੰਗ ਦੇ ਵਿੱਚ ਮਚਾਓ ਬੇਟਾ, ਬਿਜਲੀ ਲਿਸ਼ਕੇ ਜਿਵੇਂ ਆਕਾਸ਼ ਅੰਦਰ, ਤੇਗ ਜੰਗ ਦੇ ਵਿੱਚ ਲਿਸ਼ਕਾਓ ਬੇਟਾ। ਬਿਜਲੀ ਲਿਸ਼ਕੇ ਜਿਵੇਂ ਆਕਾਸ਼ ਅੰਦਰ, ਤੇਗ ਜੰਗ ਦੇ ਵਿੱਚ ਲਿਸ਼ਕਾਓ ਬੇਟਾ। ਵਾਂਗ ਸੂਰਮਿਆਂ ਮਰਦ ਮੈਦਾਨ ਬਣ ਕੇ, ਵਾਂਗ ਸੂਰਮਿਆਂ ਮਰਦ ਮੈਦਾਨ ਬਣ ਕੇ, ਵਾਰ ਵੈਰੀ ਦੇ ਸੀਨੇ ਚ ਖਾਓ ਬੇਟਾ। ਸਿੱਖਾਂ ਸੀਸ ਦਿੱਤੇ ਜਿਵੇਂ ਧਰਮ ਖਾਤਿਰ, ਜਾਨ ਆਪਣੀ ਕੋਲ ਕਮਾਓ ਬੇਟਾ। ਸਿੱਖਾਂ ਸੀਸ ਦਿੱਤੇ ਜਿਵੇਂ ਧਰਮ ਖਾਤਿਰ, ਜਾਨ ਆਪਣੀ ਕੋਲ ਕਮਾਓ ਬੇਟਾ। ਲੈ ਪੰਜਾਂ ਦੀ ਫੌਜ ਅਜੀਤ ਸੂਰਾ, ਲੈ ਪੰਜਾਂ ਦੀ ਫੌਜ ਅਜੀਤ ਸੂਰਾ, ਜੂਝਣ ਵਾਸਤੇ ਵਿੱਚ ਮੈਦਾਨ ਚੱਲਿਆ, ਬਿਜਲੀ ਵਾਂਗਰਾ ਤੇਗ ਤੇ ਲਿਸ਼ਕ ਮਾਰੀ, ਸਿੰਘ ਸੂਰਮਾ ਵੀਰ ਮਹਾਨ ਚੱਲਿਆ। ਬਿਜਲੀ ਵਾਂਗਰਾ ਤੇਗ ਲਿਸ਼ਕ ਮਾਰੀ, ਸਿੰਘ ਸੂਰਮਾ ਵੀਰ ਮਹਾਨ ਚੱਲਿਆ। ਜਿਨ੍ਹਾਂ ਜ਼ਾਲਮਾਂ ਤੋਂ ਦੁਨੀਆ ਪੈ ਖਾਂਦੀ, ਜਿਨ੍ਹਾਂ ਜ਼ਾਲਮਾਂ ਤੋਂ ਦੁਨੀਆ ਪੈ ਖਾਂਦੀ, ਮੌਤ ਉਹਨਾਂ ਤੇ ਤਾਈ ਵਰਤਾਨ ਚੱਲਿਆ। ਕਰ ਕਮਰ ਕੱਸਾ ਹੱਥ ਵਿੱਚ ਤੇਗ ਲੈ ਕੇ, ਚੜ ਘੋੜੇ ਤੇ ਵਾਂਗ ਤੂਫਾਨ ਚੱਲਿਆ। ਕਰ ਕਮਰ ਕੱਸਾ ਹੱਥ ਵਿੱਚ ਤੇਗ ਲੈ ਕੇ, ਚੜ ਘੋੜੇ ਤੇ ਵਾਂਗ ਤੂਫਾਨ ਚੱਲਿਆ। ਆਪਾ ਤਾਪੀ ਮੱਛੀ ਮੈਦਾਨ ਅੰਦਰ, ਆਪਾ ਤਾਪੀ ਮੱਛੀ ਮੈਦਾਨ ਅੰਦਰ, ਹੱਥ ਮੌਤ ਦਾ ਲੈ ਫੁਰਮਾਨ ਚੱਲਿਆ। ਸ਼ਹੀਦ ਅਰਜਨ ਗੁਰੂ ਦੀ ਅੰਸ ਵਿੱਚੋਂ, ਅਜੀਤ ਆਪਣਾ ਦੇਣ ਬਲੀਦਾਨ ਚੱਲਿਆ। ਸ਼ਹੀਦ ਅਰਜਨ ਗੁਰੂ ਦੀ ਅੰਸ ਵਿੱਚੋਂ, ਅਜੀਤ ਆਪਣਾ ਦੇਣ ਬਲੀਦਾਨ ਚੱਲਿਆ। ਜਦੋਂ ਬਾਬਾ ਅਜੀਤ ਸਿੰਘ ਜੀ ਨੇ ਸ਼ਹੀਦੀ ਪ੍ਰਾਪਤ ਕਰ ਲਈ ਤੇ ਬਾਬਾ ਅਜੀਤ ਸਿੰਘ ਜੀ ਵੀ ਦਸ਼ਮ ਪਾਤਸ਼ਾਹ ਤੋਂ ਜੰਗ ਵਿੱਚ ਜਾਣ ਦੀ ਇਹੋ ਬੇਨਤੀ ਕਰਦੇ ਹਨ। ਕੀਤੀ ਅਰ ਜੁਝਾਰ ਨੇ ਪਿਤਾ ਅੱਗੇ, ਕੀਤੀ ਅਰ ਜੁਝਾਰ ਨੇ ਪਿਤਾ ਅੱਗੇ, ਮੇਰਾ ਜੰਗ ਵਿੱਚ ਜਾਣ ਨੂੰ ਜੀ ਕਰਦਾ ਹੈ। ਭਾਂਬੜ ਬਲਦੇ ਨੇ ਸੀਨੇ ਵਿੱਚ ਮੇਰੇ, ਉਹ ਸ਼ੋਲੇ ਬੁਝਾਉਣ ਨੂੰ ਜੀ ਕਰਦਾ ਹੈ। ਭਾਂਬੜ ਬਲਦੇ ਨੇ ਸੀਨੇ ਵਿੱਚ ਮੇਰੇ, ਉਹ ਸ਼ੋਲੇ ਬੁਝਾਉਣ ਨੂੰ ਜੀ ਕਰਦਾ ਹੈ। ਜਿਵੇਂ ਮੈਦਾਨ ਅੰਦਰ ਵੱਡਾ ਵੀਰ ਲੜਿਆ, ਜਿਵੇਂ ਮੈਦਾਨ ਅੰਦਰ ਵੱਡਾ ਵੀਰ ਲੜਿਆ, ਮੇਰਾ ਤੇਗ ਤੋਂ ਕਮਾਣ ਨੂੰ ਜੀ ਕਰਦਾ ਹੈ। ਅਜੀਤ ਵੀਰੇ ਤੋਂ ਰਹੀ ਜੋ ਕਸਰ ਬਾਕੀ, ਮੇਰਾ ਹੱਥ ਵਿਖਾਣ ਨੂੰ ਜੀ ਕਰਦਾ ਹੈ। ਝੂਠੇ ਫਰੇਬੀ ਦਗਾਬਾਜ਼ ਹਾਕਮਾਂ ਨੂੰ, ਝੂਠੇ ਫਰੇਬੀ ਦਗਾਬਾਜ਼ ਹਾਕਮਾਂ ਨੂੰ, ਮੇਰਾ ਸਬਕ ਸਿਖਾਣ ਨੂੰ ਜੀ ਕਰਦਾ ਹੈ। ਬੇਨਤੀ ਕਰਾਂ ਮੈਂ ਬਾਰੰਬਾਰ ਦਾਤਾ, ਮੇਰਾ ਛੱਕੇ ਛੁਡਾਉਣ ਨੂੰ ਜੀ ਕਰਦਾ ਹੈ। ਬੇਨਤੀ ਕਰਾਂ ਮੈਂ ਬਾਰੰਬਾਰ ਦਾਤਾ, ਮੇਰਾ ਛੱਕੇ ਛੁਡਾਉਣ ਨੂੰ ਜੀ ਕਰਦਾ ਹੈ। ਅਸੀਸ ਲੈ ਕੇ ਪਿਤਾ ਦਸ਼ਮੇਸ਼ ਪਾਸੋਂ, ਅਸੀਸ ਲੈ ਕੇ ਪਿਤਾ ਦਸ਼ਮੇਸ਼ ਪਾਸੋਂ, ਜੁਝਾਰ ਚੁੱਚਣ ਲਈ ਹੋ ਤਿਆਰ ਤੁਰਿਆ। ਛੋਟਾ ਸਾਹਿਬਜ਼ਾਦਾ ਨਿੱਕੇ ਹੱਥ ਉਸਦੇ, ਹੱਥ ਵਿੱਚ ਲੈ ਕੇ ਨਿੱਕੀ ਤਲਵਾਰ ਤੁਰਿਆ। ਛੋਟਾ ਸਾਹਿਬਜ਼ਾਦਾ ਨਿੱਕੇ ਹੱਥ ਉਸਦੇ, ਹੱਥ ਵਿੱਚ ਲੈ ਕੇ ਨਿੱਕੀ ਤਲਵਾਰ ਤੁਰਿਆ। ਵੇਖ ਜੁਝਾਰ ਨੂੰ ਵੈਰੀ ਦੇ ਸਾਹ ਸੁੱਕੇ, ਵੇਖ ਜੁਝਾਰ ਨੂੰ ਵੈਰੀ ਦੇ ਸਾਹ ਸੁੱਕੇ, ਝੜ ਘੋੜੇ ਤੇ ਸ਼ਾਹ ਸਵਾਰ ਤੁਰਿਆ। ਦਿਲ ਅੰਦਰ ਸ਼ਹੀਦੀ ਦਾ ਚਾਹ ਲੈ ਕੇ, ਹੱਥ ਕਰਨ ਲਈ ਦੋ ਦੋ ਚਾਰ ਤੁਰਿਆ। ਦਿਲ ਅੰਦਰ ਸ਼ਹੀਦੀ ਦਾ ਚਾਹ ਲੈ ਕੇ, ਹੱਥ ਕਰਨ ਲਈ ਦੋ ਦੋ ਚਾਰ ਤੁਰਿਆ। ਨਾਲ ਜ਼ਾਲਿਮ ਤੇ ਜ਼ੁਲਮ ਦਾ ਕਰਨ ਦੇ ਲਈ, ਨਾਸ ਜ਼ਾਲਿਮ ਤੇ ਜ਼ੁਲਮ ਦਾ ਕਰਨ ਦੇ ਲਈ, ਪੁੱਤ ਦਸ਼ਮੇਸ਼ ਦਾ ਨਿੱਕਾ ਬਲਕਾਰ ਤੁਰਿਆ। ਚੱਖਣ ਚੁੱਲੇ ਹਨੇਰੀ ਦੇ ਉਸ ਵੇਲੇ, ਕਮਾਨ ਲੈ ਕੇ ਜਦੋਂ ਜੁਝਾਰ ਤੁਰਿਆ। ਚੱਖਣ ਚੁੱਲੇ ਹਨੇਰੀ ਦੇ ਉਸ ਵੇਲੇ, ਕਮਾਨ ਲੈ ਕੇ ਜਦੋਂ ਜੁਝਾਰ ਤੁਰਿਆ। ਜਦੋਂ ਵੱਡੇ ਸਾਹਿਬਜ਼ਾਦੇ ਸ਼ਹੀਦ ਹੋ ਗਏ ਤਾਂ ਫਿਰ ਦਸ਼ਮੇਸ਼ ਪਿਤਾ ਜੀ ਅਕਾਲ ਪੁਰਖ ਦਾ ਸ਼ੁਕਰ ਕਰਦੇ ਹੋਏ, ਪੁੱਤ ਸ਼ਹੀਦ ਹੋਏ ਪਿਤਾ ਦਸ਼ਮੇਸ਼ ਆਖੇ, ਪੁੱਤ ਸ਼ਹੀਦ ਹੋਏ ਪਿਤਾ ਦਸ਼ਮੇਸ਼ ਆਖੇ, ਤੇਰਾ ਲੱਖ ਲੱਖ ਸ਼ੁਕਰ ਗੁਜ਼ਾਰ ਦਾਤਾ। ਦਾਤ ਦਿੱਤੀ ਹੋਈ ਅੱਜ ਲਈ ਵਾਪਿਸ, ਆਪ ਕਰਨ ਵਾਲਾ ਕਰਾਵਣ ਹਾਰ ਦਾਤਾ। ਦਾਤ ਦਿੱਤੀ ਹੋਈ ਅੱਜ ਲਈ ਵਾਪਿਸ, ਆਪ ਕਰਨ ਵਾਲਾ ਕਰਾਵਣ ਹਾਰ ਦਾਤਾ।
अकाल पुरख तू लइए आप सेवा, अकाल पुरख तू लइए आप सेवा, बख्शीश कीती अपरंपार दाता, पार कदों दा सी मेरे सिर उत्ते, होला होया है थोड़ा पार दाता, पार कदों दा सी मेरे सिर उत्ते, होला होया है थोड़ा पार दाता। कम अजे भी बहुत ने करन जोगे, कम अजे भी बहुत ने करन जोगे, मसा पुज्जा हाँ अद विचकार दाता, मैं भी जूझ के मरा मैदान अंदर, उस दिन दा मैनू इंतजार दाता, मैं भी जूझ के मरा मैदान अंदर, उस दिन दा मैनू इंतजार दाता। वाहिगुरु जी का खालसा, वाहिगुरु जी की फतेह। ਜਿਵੇਂ ਬੱਚੀ ਨੇ ਸੁਪ੍ਰੀਤ ਕੌਰ ਨੇ ਆਪ ਜੀ ਨੂੰ ਉਹ ਸ਼ਹੀਦੀ ਕਵਿਤਾ ਦੇ ਰਾਹੀਂ ਗੁਰ ਇਤਿਹਾਸ ਦੇ ਨਾਲ ਜੋੜਿਆ ਹੈ। ਇਹ ਵੀ ਇੱਕ ਉਪਰਾਲਾ ਕੀਤਾ ਗਿਆ ਹੈ ਬੱਚਿਆਂ ਵੱਲੋਂ ਕਿ ਰੋਜ਼ਾਨਾ ਕੋਈ ਨਾ ਕੋਈ ਬੱਚਾ ਕਵਿਤਾ ਬੋਲੇਗਾ ਇੱਥੇ। ਸੋ ਬਹੁਤ ਬਹੁਤ ਧੰਨਵਾਦ ਹੈ ਭਾਈ ਸਾਹਿਬ ਭਾਈ ਗਗਨਦੀਪ ਸਿੰਘ ਜੀ ਜਰਖੇਜ ਅਤੇ ਬੱਚੀ ਸੁਪ੍ਰੀਤ ਕੌਰ ਦਾ, ਸਾਰੀਆਂ ਸੰਗਤਾਂ ਦਾ ਵੀ ਧੰਨਵਾਦ ਹੈ। ਸਭ ਤੋਂ ਪਹਿਲਾਂ ਧੰਨਵਾਦ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ, ਜਿਨ੍ਹਾਂ ਨੇ ਆਪ ਇਹ ਸਾਰੀਆਂ ਸੇਵਾਵਾਂ ਲੈਣੀਆਂ ਹਨ ਅਤੇ ਸੇਵਾ ਲੈ ਰਹੇ ਹਨ। ਸੋ ਹੁਣ ਆਨੰਦ ਸਾਹਿਬ ਜੀ ਦਾ ਪਾਠ ਮੈਂ ਭਾਈ ਸਾਹਿਬ ਨੂੰ ਬੇਨਤੀ ਕਰਦਾ, ਸਾਰੀ ਸੰਗਤ ਰਲ ਕੇ ਆਨੰਦ ਸਾਹਿਬ ਜੀ ਦਾ ਪਾਠ ਕਰੀਏ ਔਰ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।